जी नू साजन हारे, जी नू पालन हारे, सृष्टि नू साजन हारे, जी नू पालन हारे। रब्बा तेरे रंग न्यारे, रब्बा तेरे रंग न्यारे, खिलण रचैया ने दाता गुण गए नित तेरे, ए तेरिया वडियाइयां ने दाता गुण गए नित तेरे, ए तेरिया वडियाइयां ने। बचावे किधरे रूप कीड़ी बन आवे, पत्थरां विच रिजक बचावे किधरे रूप कीड़ी बन आवे। पत्थरां विच रिजक बचावे किधरे रूप कीड़ी बन आवे, पत्थरां विच रिजक बचावे किधरे रूप कीड़ी बन आवे। बल दी अग चो भगत बचावे, बल दी अग चो भगत बचावे, लाचार रखैया ने दाता गुण गए नित तेरे, ए तेरिया वडियाइयां ने दाता गुण गए नित तेरे, ए तेरिया वडियाइयां ने। वसदा इको नूर अल्लाह दा दसदा, तू ही कण कण दे विच वसदा इको नूर अल्लाह दा दसदा। तू ही कण कण दे विच वसदा इको नूर अल्लाह दा दसदा। तू ही कण कण दे विच वसदा इको नूर अल्लाह दा दसदा। दुनिया वेख वेख के हसदा, दुनिया वेख वेख के हसदा, तैनू बेपरवाहियां ने दाता गुण गए नित तेरे, ए तेरिया वडियाइयां ने दाता गुण गए नित तेरे, ए तेरिया वडियाइयां ने। तेरा याद अंत ना कोई जेड़ा सिमर पाउंदा सोही, तेरा याद अंत ना कोई जेड़ा सिमर पाउंदा सोई। तेरा याद अंत ना कोई जेड़ा सिमर पाउंदा सोही, तेरा याद अंत ना कोई जेड़ा सिमर पाउंदा सोई। तन्ने भगत नाल जो होई, तन्ने भगत नाल जो होई, जिन्ना परीता पाइयां ने दाता गुण गए नित तेरे, ए तेरियां वडियाइयां ने दाता गुण गए नित तेरे, ए तेरियां वडियाइयां ने।
ਸਾਗਰ ਲਹਿਰ ਕਿਨਾਰਾ ਸਾਰੇ ਪਾਸੇ ਤੇਰਾ ਪਸਾਰਾ ਤੂੰ ਹੀ ਸਾਗਰ ਲਹਿਰ ਕਿਨਾਰਾ ਸਾਰੇ ਪਾਸੇ ਤੇਰਾ ਪਸਾਰਾ ਤੂੰ ਹੀ ਸਾਗਰ ਲਹਿਰ ਕਿਨਾਰਾ ਸਾਰੇ ਪਾਸੇ ਤੇਰਾ ਪਸਾਰਾ ਤੂੰ ਹੀ ਸਾਗਰ ਲਹਿਰ ਕਿਨਾਰਾ ਸਾਰੇ ਪਾਸੇ ਤੇਰਾ ਪਸਾਰਾ ਤੂੰ ਹੀ ਕੁਦਰਤ ਇੱਕ ਨਜ਼ਾਰਾ ਤੂੰ ਹੀ ਕੁਦਰਤ ਇੱਕ ਨਜ਼ਾਰਾ ਸੂਰਜ ਚੰਦ ਰੁਸ਼ਨਾਈਆਂ ਨੇ ਦਾਤਾ ਗੁਣ ਗਏ ਨਿਤ ਤੇਰੇ ਇਹ ਤੇਰੀਆਂ ਵਡਿਆਈਆਂ ਨੇ ਦਾਤਾ ਗੁਣ ਗਏ ਨਿਤ ਤੇਰੇ ਇਹ ਤੇਰੀਆਂ ਵਡਿਆਈਆਂ ਨੇ ਹੋ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਜਦੋਂ ਦੁਨੀਆ ਤੇ ਕਰੋਨਾ ਨਾਂ ਦੀ ਬਿਮਾਰੀ ਚੱਲ ਰਹੀ ਹੈ ਉਸ ਟਾਈਮ ਦੇ ਵਿੱਚ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ ਕਿਉਂਕਿ ਸਿੱਖ ਧਰਮ ਦੁਨੀਆ ਤੇ ਇੱਕ ਇਨਕਲਾਬ ਹੈ ਇਸ ਇਨਕਲਾਬ ਦਾ ਐਲਾਨ ਉਸ ਦਿਨ ਹੋਇਆ ਹੈ ਜਿਸ ਦਿਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਾਂਦੇ ਦਾ ਲਿਆਂਦਾ ਹੋਇਆ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ ਜੇ ਸਿੱਖ ਧਰਮ ਇੱਕ ਇਨਕਲਾਬ ਹੈ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਉਸ ਇਨਕਲਾਬ ਨੂੰ ਅੱਗੇ ਵਧਾਉਣ ਦੇ ਲਈ ਇੱਕ ਚੱਕਿਆ ਹੋਇਆ ਇਨਕਲਾਬੀ ਕਦਮ ਹੈ ਇਸ ਕਦਮ ਦੇ ਲਈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ ਕਈ ਕਹਿੰਦੇ ਕਿ ਉਹਨਾਂ ਦੀ ਸ਼ਹਾਦਤ ਤਾਂ ਹੋਈ ਕਿ ਉਹਨਾਂ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਮੋੜਿਆ ਪਰ ਮੌਜੂਦਾ ਸਮੇਂ ਦੇ ਇਤਿਹਾਸਕਾਰ ਕਹਿੰਦੇ ਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹਾਦਤ ਤਾਂ ਪੀਣੀ ਪਈ ਕਿਉਂਕਿ ਉਹਨਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਕੀਤੀ ਇਸ ਗੱਲ ਦਾ ਜ਼ਿਕਰ ਹਿੰਦੁਸਤਾਨ ਦਾ ਬਾਦਸ਼ਾਹ ਤੁਝ ਕੇ ਜਹਾਂਗੀਰੀ ਦੇ ਵਿੱਚ ਜਹਾਂਗੀਰ ਲਿਖਦਾ ਹੈ ਕਿ ਗੋਇੰਦਵਾਲ ਨਦੀ ਦੇ ਕਿਨਾਰੇ ਇੱਕ ਅਰਜਨ ਨਾਂ ਦਾ ਸੰਤ ਰਹਿੰਦਾ ਹੈ ਉਹਦੀ ਧਰਮ ਦੀ ਦੁਕਾਨ ਕਈਆਂ ਪੀੜ੍ਹੀਆਂ ਤੋਂ ਚੱਲ ਰਹੀ ਹੈ ਉਹਨੇ ਆਪਣਾ ਇੱਕ ਗ੍ਰੰਥ ਵੀ ਬਣਾ ਲਿਆ ਮੇਰਾ ਜੀ ਕਰਦਾ ਕਿ ਮੈਂ ਉਹਦੀ ਦੁਕਾਨ ਨੂੰ ਖਤਮ ਕਰ ਦੇਵਾਂ ਇਤਿਹਾਸ ਦੀ ਲੜੀ ਆਰੰਭ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦਾ ਜਿਹੜਾ ਅਸਲੀ ਸਿੰਘ ਸਰਦਾਰ ਹੁੰਦਾ ਜੀਓ ਫਤਿਹ ਬੁਲਾ ਕੇ ਅਗਲੀ ਗੱਲ ਕਰਦਾ ਜਦ ਖੜਾ ਵਿੱਚ ਦਰਬਾਰ ਹੁੰਦਾ ਉਸ ਵੇਲੇ ਵੀ ਫਤਿਹ ਨੂੰ ਭੁੱਲਦਾ ਨਹੀਂ ਜਦ ਲੜਦਾ ਜੰਗ ਵਿਚਕਾਰ ਹੁੰਦਾ ਫਤਿਹ ਬਿਨਾ ਦੁਨੀਆ ਤੇ ਖਾਲਸੇ ਦਾ ਕਦੇ ਵੀ ਨਹੀਂ ਬੇੜਾ ਪਾਰ ਹੁੰਦਾ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਦ ਗ੍ਰੰਥ ਦੇ ਰੂਪ ਦੇ ਵਿੱਚ ਜਿਹਨੂੰ ਬਾਅਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਦਿੱਤਾ ਹੈ ਜੋ ਕਹਿਣਾ ਦੁਨੀਆ ਨੂੰ ਦਿੱਤਾ ਹੈ ਉਸ ਕਹਿਣੇ ਦਾ ਦੁਨੀਆ ਦੇ ਉੱਤੇ ਕੋਈ ਵੀ ਜਵਾਬ ਨਹੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਉਸ ਦਿਨ ਹੀ ਸ਼ੁਰੂ ਹੋ ਗਈ ਸੀ ਜਿਸ ਦਿਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੁਨੀਆ ਦੇ ਉੱਤੇ ਪਹਿਲੀ ਉਦਾਸੀ ਸ਼ੁਰੂ ਕਰ ਦਿੱਤੀ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਵੀ ਜਾਂਦੇ ਸੀ ਹੱਥ ਦੇ ਵਿੱਚ ਕਿਤਾਬ ਰੱਖਦੇ ਸੀ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਲਿਖਦੇ ਆ ਦੋ ਵਾਰੀ ਕਿਤਾਬ ਦਾ ਜ਼ਿਕਰ ਆਉਂਦਾ ਹੈ ਕਿ ਫੇਰ ਬਾਬਾ ਮੱਕੇ ਗਿਆ ਨੀਲ ਵਸਤਰ ਧਾਰੇ ਬਨਵਾਰੀ ਆਸਾ ਹੱਥ ਕਿਤਾਬ ਕਸ਼ ਪੂਜਾ ਵਾਂਗ ਮੁਸੱਲਾ ਧਾਰੀ ਆਸਾ ਕਹਿੰਦੇ ਆ ਸਫੋਟੇ ਨੂੰ ਗੁਰੂ ਨਾਨਕ ਦੇਵ ਜੀ ਦੇ ਕੋਲ ਸਫੋਟਾ ਵੀ ਹੁੰਦਾ ਸੀ ਗੁਰੂ ਨਾਨਕ ਦੇਵ ਜੀ ਦੇ ਕੋਲ ਕਿਤਾਬ ਵੀ ਹੁੰਦੀ ਸੀ ਜਦੋਂ ਬਾਣੀ ਦਾ ਇਲਹਾਮ ਹੁੰਦਾ ਸੀ ਆਪਣੀ ਬਾਣੀ ਵੀ ਕਿਤਾਬ ਦੇ ਵਿੱਚ ਲਿਖਦੇ ਸੀ ਤੇ ਭਗਤਾਂ ਦੀ ਬਾਣੀ ਵੀ ਜਦੋਂ ਕਲੈਕਟ ਕਰਦੇ ਸੀ ਉਹਨੂੰ ਕਿਤਾਬ ਦੇ ਵਿੱਚ ਲਿਖਦੇ ਸੀ ਕਿਤਾਬ ਦਾ ਜ਼ਿਕਰ ਫਿਰ ਕਰਦੇ ਆ ਭਾਈ ਗੁਰਦਾਸ ਜੀ ਕਿ
ਹਿੰਦੂ ਵੱਡਾ ਕੇ ਮੁਸਲਮਾਨੋਈ, ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਵਾਂਗ ਬਾਜੋ ਦੋਨੋਂ ਰੋਈ। ਕਿ ਆਪਣੀ ਕਿਤਾਬ ਖੋਲ ਕੇ ਦੱਸ ਕਿ ਹਿੰਦੂ ਵੱਡਾ ਕੇ ਮੁਸਲਮਾਨ, ਗੁਰੂ ਸਾਹਿਬ ਨੇ ਕਿਹਾ ਕਿ ਸ਼ੁਭ ਅਮਲਾ ਵਾਲਾ ਹੀ ਵੱਡਾ ਹੋ ਸਕਦਾ ਹੈ। ਤੇ ਜਿਹੜੀਆਂ ਪੋਥੀਆਂ ਤੇ ਗੁੱਟ ਕੇ ਕਈ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਹ ਭਾਈ ਮਨੀ ਸਿੰਘ ਜੀ ਨੇ ਲਿਖੇ, ਪਰ ਪ੍ਰਾਤਨ ਜਨਮ ਸਾਖੀ ਸਿੱਖ ਵਿਸ਼ਵ ਕੋਸ਼ ਦਾ ਰਚੇਤਾ ਡਾਕਟਰ ਰਤਨ ਸਿੰਘ ਜੱਗੀ ਲਿਖਦਾ ਕਿ ਪੋਥੀਆਂ ਤੇ ਗੁੱਟ ਕੇ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਦੇ ਵਿੱਚ ਲਿਖੇ ਗਏ। ਪੰਜ ਸਿੱਖ ਬਾਣੀ ਨੂੰ ਲਿਖਦੇ ਸੀ, ਭਾਈ ਮਨਸੁਖ, ਭਾਈ ਭਗੀਰਥ, ਭਾਈ ਸ਼ੀਹਾਂ ਤੇ ਇੱਕ ਸੁਖ ਹੋਰ, ਇਹ ਸਾਰੇ ਸਿੱਖ ਬਾਣੀ ਨੂੰ ਲਿਖਦੇ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 958 ਸ਼ਬਦ ਰਚੇ ਨੇ ਤੇ ਪੂਰੇ 19 ਰਾਗਾਂ ਦੇ ਵਿੱਚ ਬਾਣੀ ਰਚੀ ਹੈ। ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ 63 ਸ਼ਲੋਕ ਰਚੇ ਨੇ। ਉਹਨਾਂ ਨੇ ਰਾਗਾਂ ਦੇ ਵਿੱਚ ਬਾਣੀ ਨਹੀਂ ਰਚੀ ਕਿਉਂਕਿ ਸ਼ਲੋਕ ਕਿਸੇ ਰਾਗ ਦਾ ਮੁਤਾਜ ਨਹੀਂ ਹੋਇਆ ਕਰਦਾ। ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਅਮਰਦਾਸ ਦਾਸ ਜੀ ਮਹਾਰਾਜ ਨੇ 17 ਰਾਗਾਂ ਦੇ ਵਿੱਚ ਬਾਣੀ ਰਚੀ ਹੈ ਤੇ ਪੂਰੇ 885 ਸ਼ਬਦ ਰਚੇ ਨੇ। 2 ਰਾਗ ਉਹਨਾਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਲੇ ਤਲੰਗ ਤੇ ਬੁਖਾਰੀ ਜਿਹੜੇ ਆ ਉਹ ਨਹੀਂ ਵਰਤੇ। ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ 30 ਰਾਗਾਂ ਦੇ ਵਿੱਚ ਬਾਣੀ ਰਚੀ ਤੇ 647 ਸ਼ਬਦ ਜਿਹੜੇ ਆ ਉਹ ਰਚੇ ਆ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੂਰੇ 2312 ਸ਼ਬਦ ਰਚੇ ਆ ਤੇ 30 ਦੇ 30 ਰਾਗ ਵਰਤੇ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਤੇ ਭਗਤਾਂ ਦੀ ਬਾਣੀ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਪੁਰਦ ਕੀਤੀ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਭਗਤਾਂ ਦੀ ਬਾਣੀ ਪਲੱਸ ਗੁਰੂ ਅੰਗਦ ਦੇਵ ਜੀ ਆਪਦੀ ਬਾਣੀ ਤੇ ਪਲੱਸ ਆਪਣੀ ਬਾਣੀ ਜਿਹੜੀ ਆ ਉਹ ਸਾਰੀ ਦੀ ਸਾਰੀ ਗੁਰੂ ਅਮਰਦਾਸ ਜੀ ਦੇ ਸਪੁਰਦ ਕੀਤੀ। ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ, ਗੁਰੂ ਅੰਗਦ ਦੇਵ ਜੀ ਦੀ ਬਾਣੀ, ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਭਗਤਾਂ ਦੀ ਬਾਣੀ ਆਪਣੇ ਵੱਡੇ ਸੁਪੁੱਤਰ ਭਾਈ ਮੋਹਨ ਜੀ ਨੂੰ ਦੇਤੀ ਤੇ ਨਾਲ ਹੀ ਵਚਨ ਕੀਤਾ ਕਿ ਕੋਈ ਸਮਾਂ ਆਵੇਗਾ ਇਹ ਬਾਣੀ ਤੇਰੇ ਕੋਲ ਗੁਰੂ ਘਰ ਦੀ ਅਮਾਨਤ ਹੈ। ਜਦੋਂ ਗੁਰੂ ਘਰ ਤੋਂ ਸੁਨੇਹਾ ਆਵੇਗਾ ਇਹ ਬਾਣੀ ਗੁਰੂ ਘਰ ਨੂੰ ਦੇ ਦੇਵੀਂ। ਕਹਿੰਦੇ ਨੇ ਕਿ ਫਿਰ 1581 ਦੇ ਵਿੱਚ ਭੱਟ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ। ਉਹਨਾਂ ਨੇ ਪੂਰੇ 123 ਸਵਈਏ ਗੁਰੂ ਸਾਹਿਬ ਦੀ ਉਸਤਤ ਦੇ ਵਿੱਚ ਲਿਖੇ। 10 ਸਵਈਏ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਲਈ, 10 ਸਵਈਏ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਲਈ, ਇਸੇ ਤਰ੍ਹਾਂ 60 ਸਵਈਏ ਗੁਰੂ ਰਾਮਦਾਸ ਜੀ ਮਹਾਰਾਜ ਦੇ ਲਈ, 23 ਸਵਈਏ ਗੁਰੂ ਅਮਰਦਾਸ ਜੀ ਮਹਾਰਾਜ ਦੇ ਲਈ ਤੇ 21 ਸਵਈਏ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਲਈ ਲਿਖੇ। ਸਮਾਂ ਬੀਤਦਾ ਗਿਆ। ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਰਮੰਦਰ ਸਾਹਿਬ ਉਸਾਰਿਆ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਆਇਆ ਕਿ ਸਾਰੀ ਬਾਣੀ ਇਕੱਠੀ ਕਰਕੇ ਆਦਿ ਗ੍ਰੰਥ ਬਣਾਇਆ ਜਾਵੇ। ਆਦਿ ਗ੍ਰੰਥ ਦੀ ਸੰਪਾਦਨਾ ਦੇ 3 ਮੁੱਖ ਕਾਰਨ ਸਨ। ਇੱਕ ਸਭ ਤੋਂ ਵੱਡਾ ਕਾਰਨ ਕਿਸੇ ਵੀ ਧਰਮ ਨੂੰ ਚਲਾਉਣ ਦੇ ਲਈ ਗ੍ਰੰਥ ਦਾ ਹੋਣਾ ਬਹੁਤ ਜ਼ਰੂਰੀ ਹੈ। ਦੂਜਾ ਕਾਰਨ ਸਿੱਖ ਧਰਮ ਬਹੁਤ ਵੱਧ ਚੁੱਕਾ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਦੇਣ ਦੇ ਲਈ ਹਰ ਥਾਂ ਨਹੀਂ ਜਾ ਸਕਦੇ ਸੀ। ਜਿੱਥੇ ਗੁਰੂ ਸਾਹਿਬ ਨਹੀਂ ਜਾ ਸਕਦੇ ਸੀ ਉੱਥੇ ਬਾਣੀ ਦਾ ਪਹੁੰਚਣਾ ਜ਼ਰੂਰੀ ਸੀ। ਤੀਜਾ ਕਾਰਨ ਧੁਰਕੀ ਬਾਣੀ ਦੇ ਵਿੱਚ ਨਕਲੀ ਬਾਣੀ ਦੀ ਮਿਲਾਵਟ ਹੋ ਰਹੀ ਸੀ। ਕਿਉਂਕਿ ਜਦੋਂ ਗੱਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਮਿਲੀ ਤੇ ਉਹਨਾਂ ਦਾ ਵੱਡਾ ਭਰਾ ਪਿਰਥੀ ਚੰਦ ਗੁਰੂ ਘਰ ਦੇ ਨਾਲ ਟੱਕਰਾਂ ਲੈਣ ਤੋਂ ਬਾਜ ਨਹੀਂ ਸੀ ਆ ਰਿਹਾ।
ਉਹਨੇ ਆਪਣੇ ਆਪ ਨੂੰ ਬਰਾਬਰ ਦਾ ਗੁਰੂ ਘੋਸ਼ਿਤ ਕੀਤਾ। ਹਰਮੰਦਰ ਸਾਹਿਬ ਦੇ ਬਰਾਬਰ ਆਪਣੇ ਹਲੇਰ ਪਿੰਡ ਦੇ ਵਿੱਚ ਲਾਹੌਰ ਦੇ ਕੋਲ ਇੱਕ ਨਕਲੀ ਦਰਬਾਰ ਸਾਹਿਬ ਵੀ ਬਣਾਇਆ, ਪਰ ਉਹਦੀ ਦੁਕਾਨ ਨਹੀਂ ਚੱਲੀ। ਉਹ ਕਿਉਂ ਨਹੀਂ ਚੱਲੀ? ਕਿਉਂਕਿ ਉਹ ਬਾਣੀ ਨਹੀਂ ਸੀ ਲਿਖ ਸਕਦਾ। ਉਹਦੇ ਦਿਮਾਗ ਦੇ ਵਿੱਚ ਫੁਰਨਾ ਫੁਰਿਆ। ਉਹ ਆਪਣੇ ਪੁੱਤਰ ਮਿਹਰਬਾਨ ਨੂੰ ਕਹਿਣ ਲੱਗਾ ਕਿ ਮਿਹਰਬਾਨ, ਤੈਨੂੰ ਪੜ੍ਹਨਾ ਪੈਣਾ ਤੇ ਬਾਣੀ ਲਿਖਣੀ ਪੈਣੀ ਹੈ। ਗੁਰਬਲਾਸ ਦਸਾਂ ਪਾਤਸ਼ਾਹੀਆਂ ਭਾਈ ਕੇਸਰ ਸਿੰਘ ਜੀ ਛਿੱਬਰ ਸਾਹਿਬ ਲਿਖਦੇ ਆ ਆਪਣੀ ਕਲਮ ਤੋਂ। ਉਹਨਾਂ ਨੇ ਬੜਾ ਸੁੰਦਰ ਲਿਖਿਆ ਮਿਹਰਬਾਨ ਦੇ ਬਾਰੇ ਕਿ ਪਿਰਥੀ ਚੰਦ ਦਾ ਪੁੱਤਰ ਕਵੀਸ਼ਰੀ ਕਰੇ। ਕਵੀਸ਼ਰੀ ਸ਼ਬਦ ਵਰਤਿਆ ਉਹਨਾਂ ਨੇ। ਸੰਸਕ੍ਰਿਤੀ, ਫਾਰਸੀ, ਹਿੰਦਵੀ ਤੇ ਗੁਰਮੁਖੀ ਪੜ੍ਹੇ, ਤਿੰਨ ਕੀ ਬਾਣੀ ਬਹੁਤ ਚਲਾਈ, ਭੋਗ ਗੁਰੂ ਨਾਨਕ ਜੀ ਕਾ ਪਾਈ। ਜਦੋਂ ਮਿਹਰਬਾਨ ਬਾਣੀ ਲਿਖਦਾ ਸੀ ਅਖੀਰ ਦੇ ਵਿੱਚ ਨਾਨਕ ਲਫ਼ਜ਼ ਵਰਤਦਾ ਸੀ ਤਾਂ ਕਿ ਸੰਗਤਾਂ ਨੂੰ ਭੁਲੇਖਾ ਰਹੇ ਕਿ ਗੁਰੂ ਘਰ ਦੀ ਬਾਣੀ ਹੈ। ਅੱਜ ਵੀ ਮਿਹਰਬਾਨ ਦੀ ਬਾਣੀ ਜਿਹੜੀ ਆ ਭੁਲੇਖੇ ਨਾਲ ਕਈ ਸਿੱਖ ਪੜ੍ਹਦੇ ਆ, ਜਿਵੇਂ ਨਾਮ ਖਵਾਰੀ ਨਾਨਕਾ ਚੜੀ ਰਹੇ ਦਿਨ ਰਾਤ, ਇਹ ਗੁਰੂ ਮਹਾਰਾਜ ਦਾ ਸ਼ਬਦ ਨਹੀਂ। ਇਸੇ ਤਰ੍ਹਾਂ ਕਈ ਸਾਧਾਂ ਦੇ ਡੇਰਿਆਂ ਦੇ ਵਿੱਚ ਸੰਗਤਾਂ ਨੂੰ ਸੁਖਮਨਾ ਸਾਹਿਬ ਪੜ੍ਹਨ ਦੇ ਲਈ ਕਿਹਾ ਜਾਂਦਾ ਹੈ। ਸੁਖਮਨਾ ਸਾਹਿਬ ਗੁਰੂ ਮਹਾਰਾਜ ਦੀ ਬਾਣੀ ਨਹੀਂ, ਇਹ ਵੀ ਮਿਹਰਬਾਨ ਦੀ ਬਾਣੀ ਹੈ। ਇਹਨਾਂ ਨੇ ਕਈ ਪੀੜ੍ਹੀਆਂ ਇਹ ਜਿਹੜਾ ਪਖੰਡ ਚਲਾਇਆ। ਮਿਹਰਬਾਨ ਤੋਂ ਬਾਅਦ ਉਹਦੇ ਪੁੱਤਰ ਹਰਜੀ ਨੇ ਵੀ ਬਾਣੀ ਲਿਖੀ। ਉਸ ਤੋਂ ਬਾਅਦ ਇਹਦਾ ਪੁੱਤਰ ਕਮਨ ਨੈਣ ਹੋਇਆ, ਉਦੋਂ ਤੱਕ ਗੱਡੀ ਚੱਲੀ ਆ। ਫਿਰ ਇਹਨਾਂ ਦੀ ਦੁਕਾਨ ਜਿਹੜੀ ਹੈ ਬੰਦ ਹੋ ਗਈ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਰਮੰਦਰ ਸਾਹਿਬ ਬਣਾਇਆ ਤੇ ਉਹਦੇ ਵਿੱਚ ਕੀਰਤਨ ਦਾ ਪ੍ਰਵਾਹ ਚੱਲਿਆ। ਭਾਈ ਕੇਸਰ ਸਿੰਘ ਜੀ ਛਿੱਬਰ ਸਾਹਿਬ ਲਿਖਦੇ ਆ ਕਿ ਉੱਥੇ ਵੀ ਭੁਲੇਖੇ ਦੇ ਨਾਲ ਇੱਕ ਸਿੱਖ ਮਿਹਰਬਾਨ ਦੀ ਬਾਣੀ ਪੜ੍ਹ ਗਿਆ ਤੇ ਗੁਰੂ ਸਾਹਿਬ ਨੂੰ ਸੋਚ ਵਿਚਾਰ ਹੋਈ ਕਿ ਹੁਣ ਜ਼ਰੂਰ ਆਦਿ ਗ੍ਰੰਥ ਦੀ ਸੰਪਾਦਨਾ ਕਰਨੀ ਚਾਹੀਦੀ ਹੈ। ਉਹਨਾਂ ਨੇ ਭਾਈ ਗੁਰਦਾਸ ਜੀ ਨੂੰ ਸੱਦਿਆ। ਗੁਰੂ ਪੰਜਵੇਂ ਕਹਿੰਦੇ ਭਾਈ ਗੁਰਦਾਸ ਜੀ ਨੂੰ ਸਿੱਖ ਫੁਲਬਾੜੀ ਬਾਦੀ ਜਾ ਰਹੀ ਏ, ਸੰਗਤਾਂ ਕੋਲ ਗੁਰਬਾਣੀ ਕਿੰਜ ਪਹੁੰਚੂ, ਮੈਨੂੰ ਸੋਚ ਇਹੋ ਹੀ ਖਾ ਰਹੀ ਏ। ਉਧਰ ਮੀਣੇ ਨਾ ਹਰਕ ਤੋਂ ਆਵਾਜ਼ ਆਉਂਦੇ, ਗੁਰੂ ਘਰ ਨਾਲ ਦਗੇ ਕਮਾ ਰਹੇ ਨੇ, ਕਲਮ ਚੱਕ ਕੇ ਮਿਹਰਬਾਨ ਵਰਗੇ ਨਕਲੀ ਬਾਣੀ ਬਣਾ ਰਹੇ ਨੇ। ਸੱਚੇ ਦਿਲੋਂ ਪੈਣਾ ਯਤਨ ਕਰਨਾ ਕੱਚੀ ਬਾਣੀ ਤੋਂ ਦੂਰ ਗ੍ਰੰਥ ਪੈਣਾ। ਭਾਈ ਗੁਰਦਾਸ ਜੀ ਦੇ ਸਿੱਖੀ ਦੀ ਚੜ੍ਹਦੀ ਕਲਾ ਕਰਨੀ, ਇਸ ਲਈ ਬੰਨਣਾ ਗ੍ਰੰਥ ਪੈਣਾ। ਜੋ ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਹੈ, ਢਾਡੀ ਜਥਾ ਆਪ ਸੰਗਤਾਂ ਦੀ ਸੇਵਾ ਦੇ ਵਿੱਚ ਇਉਂ ਕਹਿ ਰਹੇ ਹੈ। ਭਾਈ ਗੁਰਦਾਸ ਨੂੰ ਸਤਿਗੁਰ ਜੀ ਕਹਿੰਦੇ ਆਪਣੇ ਕੋਲ ਬੁਲਾ ਕੇ, ਮੀਣੇ ਪਰ ਮਾਰੇ ਨੇ ਲੋਕਾਂ ਨੂੰ ਕੱਚੀ ਬਾਣੀ ਪੜਾ ਕੇ, ਮੀਣੇ ਪਰ ਮਾਰੇ ਨੇ ਲੋਕਾਂ ਨੂੰ ਕੱਚੀ ਬਾਣੀ ਪੜਾ ਕੇ। ਹੁਣ ਗੁਰੂ ਕੇ ਸਿੱਖਾਂ ਨੂੰ ਪੈਣਾ ਮੀਣਿਆਂ ਕੋਲੋਂ ਬਚਾਉਣਾ, ਕਹਿੰਦੇ ਪੰਜਮ ਪਾਤਸ਼ਾਹ ਜੀ ਪੈਣਾ ਆਦਿ ਗ੍ਰੰਥ ਬਣਾਉਣਾ, ਕਹਿੰਦੇ ਪੰਜਮ ਪਾਤਸ਼ਾਹ ਜੀ ਪੈਣਾ ਆਦਿ ਗ੍ਰੰਥ ਬਣਾਉਣਾ।
ਲੈ ਕੇ ਰਿਹਾ ਜਗ ਤੇ ਮੈਂ ਕੀ ਜਮੇ ਕਸਤੂਰੀ ਹੁਣ ਚਾਹੀਦਾ ਪੰਥ ਕਰੋ ਆਪਣਾ ਗ੍ਰੰਥ ਵੀ ਬਹੁਤ ਜ਼ਰੂਰੀ ਹੁਣ ਚਾਹੀਦਾ ਪੰਥ ਕਰੋ ਆਪਣਾ ਗ੍ਰੰਥ ਵੀ ਬਹੁਤ ਜ਼ਰੂਰੀ ਹੁਣ ਤੁਰਕੀ ਬਾਣੀ ਨੂੰ ਆਪਣੇ ਪੀੜ ਦੇ ਵਿੱਚ ਸਜਾਉਣਾ ਕਹਿੰਦੇ ਪੰਚਮ ਪਾਤਸ਼ਾਹ ਜੀ ਪੈਣਾ ਆਦ ਗ੍ਰੰਥ ਬਣਾਉਣਾ ਕਹਿੰਦੇ ਪੰਚਮ ਪਾਤਸ਼ਾਹ ਜੀ ਪੈਣਾ ਆਦ ਗ੍ਰੰਥ ਬਣਾਉਣਾ ਗੁਰੂ ਅਰਜਨ ਦੇਵ ਜੀ ਤੋਂ ਜਾਂਦੀ ਦੁਨੀਆ ਹੈ ਬਲਿਹਾਰੇ ਗੁਰੂ ਦੇ ਕਰਨੀ ਨਾਮੇ ਦਾ ਚਾਨਣ ਵਿੱਚ ਜਗਤ ਦੇ ਸਾਰੇ ਕਰਨੀ ਨਾਮੇ ਦਾ ਚਾਨਣ ਵਿੱਚ ਜਗਤ ਦੇ ਸਾਰੇ ਸੁਖਵੀਰ ਚੌਹਾਨ ਹੋਰੀ ਉਹਨਾਂ ਨੂੰ ਸਦਾ ਹੀ ਸੀਸ ਝੁਕਾਉਣਾ ਕਹਿੰਦੇ ਪੰਚਮ ਪਾਤਸ਼ਾਹ ਜੀ ਪੈਣਾ ਆਦ ਗ੍ਰੰਥ ਬਣਾਉਣਾ ਕਹਿੰਦੇ ਪੰਚਮ ਪਾਤਸ਼ਾਹ ਜੀ ਪੈਣਾ ਆਦ ਗ੍ਰੰਥ ਬਣਾਉਣਾ ਸਭ ਤੋਂ ਪਹਿਲਾਂ ਮੈਂ ਕਮੇਟੀ ਦਾ ਧੰਨਵਾਦ ਕਰਨਾ ਭੁੱਲ ਗਿਆ ਕਿਉਂਕਿ ਜਥਾ ਨਵਾਂ ਆ ਤੇ ਨਵੇਂ ਜਥੇ ਨੂੰ ਟਾਈਮ ਦੇਣਾ ਜਿਹੜਾ ਹੈ ਉਹ ਕਮੇਟੀ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਇਹ ਢਾਡੀ ਜਥਾ ਵੀ ਮੰਗਮਾਈਆਂ ਕਿਸੇ ਦਾ ਭਾਈ ਸਰਬਜੀਤ ਸਿੰਘ ਐਮਏ ਦੇ ਸਾਥੀ ਹੈ ਤੇ ਮੇਰੇ ਵੀ ਮਨ 'ਚ ਖਿਆਲ ਆਇਆ ਕਿ ਥੋੜੀ ਜਿਹੀ ਸੇਵਾ ਇਹ ਵੀ ਕਰਕੇ ਦੇਖ ਲਈਏ ਤੇ ਇਸ ਕੰਮ ਦੇ ਵਿੱਚ ਬਹੁਤ ਵੱਡਾ ਸਹਿਯੋਗ ਕਰ ਰਿਹਾ ਮੇਰਾ ਛੋਟਾ ਵੀਰ ਕੁਲਜੀਤ ਸਿੰਘ ਉਸ ਵੀਰ ਦਾ ਇਸ ਕੰਮ ਦੇ ਵਿੱਚ ਬਹੁਤ ਸਹਿਯੋਗ ਹੈ ਤੇ ਨਵੇਂ ਕੰਮ ਦੇ ਵਿੱਚ ਦਿੱਕਤਾਂ ਵੀ ਆਉਂਦੀਆਂ ਤੇ ਮੈਂ ਕਮੇਟੀ ਦਾ ਧੰਨਵਾਦ ਕਰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੋਚ ਵਿਚਾਰ ਕੀਤੀ ਕਿ ਹੁਣ ਸਿੱਖ ਕੌਮ ਦੇ ਕੋਲ ਆਪਣਾ ਗ੍ਰੰਥ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਉਹਨਾਂ ਨੇ ਫੈਸਲਾ ਕੀਤਾ ਕਿ ਆਦ ਗ੍ਰੰਥ ਬਣਾਇਆ ਜਾਵੇਗਾ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੋਠਾ ਸਾਹਿਬ ਬਣਾਇਆ ਤੁਸੀਂ ਹਰਮੰਦਰ ਸਾਹਿਬ ਜਾਂਦੇ ਹੋਵੋਗੇ ਮੱਥਾ ਟੇਕਦੇ ਹੋਵੋਗੇ ਪਰ ਕੋਠਾ ਸਾਹਿਬ ਦੇ ਦਰਸ਼ਨ ਬਹੁਤ ਘੱਟ ਬੱਚਿਆਂ ਨੇ ਕੀਤੇ ਹੋਣਗੇ ਜਿਆਦਾ ਆਪਾਂ ਉੱਥੇ ਹੁਣ ਫੋਟੋਆਂ ਹੀ ਖਿੱਚਣ ਜਾਂਦੇ ਆ ਆਪਣੇ ਇਤਿਹਾਸ ਤੋਂ ਜਾਣੂ ਹੋਣ ਨਹੀਂ ਜਾਂਦੇ ਕੋਠਾ ਸਾਹਿਬ ਅਕਾਲ ਤਖਤ ਦੇ ਕੋਲ ਹੈ ਅਜੇ ਵੀ ਉੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਚਾਦਰ ਵਿਛਦੀ ਹੈ ਉਹ ਚਾਦਰ ਵਿਛਣ ਦਾ ਕਾਰਨ ਗੁਰੂ ਸਾਹਿਬ ਪਾਣੀ ਨੂੰ ਆਪਣੇ ਤੋਂ ਉੱਚਾ ਰੱਖਦੇ ਸੀ ਇੱਕ ਚੌਂਕੀ ਬਣਵਾਈ ਇੱਕ ਪੀੜਾ ਸਾਹਿਬ ਬਣਾਇਆ ਰਾਮਸਰ ਸਾਹਿਬ ਤੋਂ ਰੋਜ਼ ਪਾਣੀ ਲਿਆ ਕੇ ਉੱਥੇ ਰੱਖਦੇ ਸੀ ਤੇ ਆਪ ਥੱਲੇ ਸੌਂਦੇ ਸੀ ਪਾਣੀ ਦੇ ਕਾਰਜ ਲਈ ਭਾਈ ਗੁਰਦਾਸ ਜੀ ਨੇ ਡਿਊਟੀਆਂ ਲਾਈਆਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਡਿਊਟੀਆਂ ਲਾਈਆਂ ਭਾਈ ਗੁਰਦਾਸ ਜੀ ਨੂੰ ਲਿਖਣ ਦੀ ਡਿਊਟੀ ਦਿੱਤੀ ਬਾਬਾ ਬੁੱਢਾ ਜੀ ਨੂੰ ਬੀੜ ਬਾਬਾ ਬੁੱਢਾ ਸਾਹਿਬ ਤੋਂ ਸੱਦਿਆ ਗਿਆ ਉਹਨਾਂ ਨੂੰ ਕਿਹਾ ਕਿ ਜਿੰਨਾ ਚਿਰ ਇਹ ਕਾਰਜ ਚੱਲਣਾ ਹੈ ਤੁਸੀਂ ਹਰਮੰਦਰ ਸਾਹਿਬ ਦੇ ਵਿੱਚ ਸੰਗਤਾਂ ਨੂੰ ਗੁਰ ਸ਼ਬਦ ਦੇ ਨਾਲ ਜੋੜਨਾ ਹੈ ਭਾਈ ਬੰਨੋ ਜੀ ਜਿਨ੍ਹਾਂ ਦੀ ਡਿਊਟੀ ਲਾਈ ਕਿ ਤੁਸੀਂ ਕਾਗਜ਼ ਦਾ ਪ੍ਰਬੰਧ ਕਰਨਾ ਹੈ ਤੇ ਨਾਲ ਸ਼ਾਹੀ ਦਾ ਪ੍ਰਬੰਧ ਕਰਨਾ ਹੈ ਭਾਈ ਬੰਨੋ ਉਹ ਸਿੱਖ ਹੋਇਆ ਹੈ ਜਿਹਨੇ ਧਰਮ ਦੇ ਧੰਦੇ ਨੂੰ ਵੱਖ-ਵੱਖ ਰੱਖ ਕੇ ਉਹਦੀ ਵਿਆਖਿਆ ਕੀਤੀ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਰਮੰਦਰ ਸਾਹਿਬ ਬਣਾਇਆ ਤੇ ਕੁਝ ਪ੍ਰੋਟ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਆਏ ਕਿ ਤੁਸੀਂ ਹਰਮੰਦਰ ਸਾਹਿਬ ਬਣਾਇਆ ਤੁਸੀਂ ਵਧਾਈ ਦਿਓ ਤੇ ਗੁਰੂ ਸਾਹਿਬ ਕਹਿੰਦੇ ਕਿ ਸਾਡਾ ਪ੍ਰੋਟ ਭਾਈ ਬੰਨੋ ਹੈ ਅਸੀਂ ਭਾਈ ਬੰਨੋ ਨੂੰ ਵਧਾਈ ਦੇਵਾਂਗੇ ਭਾਈ ਬੰਨੋ ਘਿਓ ਦਾ ਵਪਾਰੀ ਸੀ ਘਿਓ ਦਾ ਵਪਾਰ ਕਰਦਾ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭੇਜਿਆ ਕਿ ਭਾਈ ਬੰਨੋ ਨੂੰ ਸੱਦ ਕੇ ਲਿਆਂਦਾ ਜਾਵੇ
ਜਿਸਲੇ ਸਿੱਖ ਘਰ ਗਿਆ ਤੇ ਭਾਈ ਬੰਨੋ ਕਿਸੇ ਬੰਦੇ ਨਾਲ ਬਹਿਸ ਰਿਹਾ ਸੀ। ਸਿੱਖ ਦੇ ਦਿਮਾਗ ਦੇ ਵਿੱਚ ਆਇਆ ਕਿ ਇਹ ਤੇ ਬਹਿਸ ਰਿਹਾ ਕਿਸੇ ਨਾਲ, ਇਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ, ਇਹਦਾ ਟੈਸਟ ਲਈਏ। ਜਦੋਂ ਭਾਈ ਬੰਨੋ ਆਇਆ ਤੇ ਭਾਈ ਬੰਨੋ ਕਹਿਣ ਲੱਗਾ ਕਿ ਕੀ ਸੇਵਾ ਕਰੀਏ, ਸਿੱਖ ਨੂੰ ਕਹਿੰਦਾ। ਉਹ ਕਹਿੰਦਾ ਕਿ ਮੈਂ ਇਸ਼ਨਾਨ ਕਰਨਾ। ਭਾਈ ਬੰਨੋ ਕਹਿੰਦੇ ਕਿ ਇਸ਼ਨਾਨ ਕਰਵਾ ਦਿੰਦੇ ਆ, ਪਰ ਸਿੱਖ ਕਹਿੰਦਾ ਸ਼ਰਤ ਇਹ ਆ ਕਿ ਇਸ਼ਨਾਨ ਮੈਂ ਦੇਸੀ ਘਿਓ ਦੇ ਨਾਲ ਕਰਨਾ। ਸਿੱਖ ਦੇ ਦਿਮਾਗ 'ਚ ਆਇਆ ਕਿ ਇੰਨੀ ਦੇਸੀ ਘਿਓ ਕਿੱਥੇ ਦੇਣਾ ਹੈ, ਪਰ ਭਾਈ ਬੰਨੋ ਨੇ ਸਵਾਲ ਨਹੀਂ ਕੀਤਾ। 2 ਬਾਲਟੀਆਂ ਘਿਓ ਦੀਆਂ ਲਿਆ ਕੇ ਫੱਟੇ ਦੇ ਉੱਤੇ ਡੋਲ ਦਿੱਤੀਆਂ। ਸਿੱਖ ਹੈਰਾਨ ਹੋ ਗਿਆ ਕਿ ਮੈਂ ਤੇ ਤੇਰਾ ਟੈਸਟ ਲੈਣ ਲੱਗਾ ਸੀ, ਪਰ ਤੂੰ ਤੇ ਘਿਓ ਡੋਲ ਦਿੱਤਾ ਹੈ। ਟੈਸਟ ਮੈਂ ਤੇਰਾ ਤਾਂ ਲੈਣ ਲੱਗਾ ਸੀ, ਤੂੰ ਉੱਥੇ ਬਹਿਸ ਰਿਹਾ ਸੀ। ਕਹਿੰਦਾ ਉਹ ਮੇਰਾ ਧੰਦਾ ਆ, ਉੱਥੇ ਨਾ ਮੈਂ ਕਿਸੇ ਨਾਲ ਹੇਰਾ ਫੇਰੀ ਕਰਦਾ, ਨਾ ਮੈਂ ਹੇਰਾ ਫੇਰੀ ਕਰਨ ਦਿੰਦਾ। ਇਹ ਮੇਰਾ ਧਰਮ ਹੈ, ਇਹਦੇ ਬਦਲੇ ਮੇਰਾ ਭਾਵੇਂ ਸਾਰਾ ਕੁਝ ਰੁੜ ਜਾਏ ਮੈਂ ਤਿਆਰ ਹਾਂ। ਤੂੰ ਗੁਰੂ ਦਾ ਸਿੱਖ ਹੈ, ਤੇਰੇ ਲਈ ਮੈਂ ਸਾਰਾ ਕੁਝ ਵੀ ਰੁੜ ਸਕਦਾ। ਭਾਈ ਬੰਨੋ ਦੀ ਡਿਊਟੀ ਲਾਈ ਗਈ ਕਿ ਤੁਸੀਂ ਸ਼ਾਹੀ ਤਿਆਰ ਕਰਨੀ ਹੈ। ਉਦੋਂ ਸ਼ਾਹੀ ਤਿਆਰ ਕਰਨੀ ਬਹੁਤ ਔਖੀ ਸੀ। ਪਿਆਰਾ ਸਿੰਘ ਪਦਮ ਨੇ ਲਿਖਿਆ ਕਿ ਸ਼ਾਹੀ ਤਿਆਰ ਕਰਨ ਦੇ ਲਈ ਤਾਂਬੇ ਦਾ ਭਾਂਡਾ ਰੱਖਣਾ ਪੈਂਦਾ ਸੀ, ਵਿੱਚ ਸੋਨਾ ਰੱਖ ਕੇ, ਵਿੱਚ ਗੂੰਦ ਪਾ ਕੇ, ਵਿੱਚ ਪਾਣੀ ਪਾ ਕੇ ਤੇ ਵਿੱਚ ਕਾਲਾ ਰੰਗ ਪਾਉਣਾ ਪੈਂਦਾ ਸੀ, ਤਾਂ ਸ਼ਾਹੀ ਜਿਹੜੀ ਉਹ ਤਿਆਰ ਹੁੰਦੀ ਸੀ। ਤੇ ਭਾਈ ਬੰਨੋ ਹੀ ਕਾਗਜ਼ ਜਿਹੜੇ ਉਹ ਲਿਆਉਂਦੇ ਸੀ ਤੇ ਬਾਣੀ ਭਾਈ ਗੁਰਦਾਸ ਜੀ ਲਿਖਦੇ ਸੀ। ਜਦੋਂ ਪਤਾ ਲੱਗ ਗਿਆ ਸੰਗਤਾਂ ਨੂੰ ਕਿ ਭਾਈ ਗੁਰਦਾਸ ਜੀ ਬਾਣੀ ਲਿਖ ਰਹੇ ਆ ਤੇ ਗੁਰੂ ਅਰਜਨ ਦੇਵ ਜੀ ਲਿਖਾ ਰਹੇ ਆ, ਪੂਰੇ ਪੰਜਾਬ ਦੇ ਵਿੱਚ ਰੌਲਾ ਪੈ ਗਿਆ ਕਿ ਭਗਤਾਂ ਦੀ ਬਾਣੀ ਵੀ ਵਿੱਚ ਸ਼ਾਮਲ ਕੀਤੀ ਜਾ ਰਹੀ ਹੈ। ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲੇ ਕੁਝ ਕੱਚੇ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਆਏ। ਉਹਨਾਂ ਦੇ ਵਿੱਚ ਭਗਤ ਕਾਨਾ, ਪੀਲੂ, ਛੱਜੂ ਤੇ ਸ਼ਾਹ ਹਸੈਨ ਗੁਰੂ ਅਰਜਨ ਦੇਵ ਜੀ ਨੂੰ ਆਣ ਕੇ ਕਹਿਣ ਲੱਗੇ ਕਿ ਸਾਡੀ ਬਾਣੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰੋ। ਗੁਰੂ ਅਰਜਨ ਦੇਵ ਜੀ ਨਿਮਰਤਾ ਦੇ ਪੁੰਜ ਸਨ। ਉਹ ਕਹਿੰਦੇ ਕਿ ਆਪਣੀ ਬਾਣੀ ਸੁਣਾਓ। ਸਭ ਤੋਂ ਪਹਿਲਾਂ ਭਾਈ ਕਾਨਾ ਬੋਲਿਆ, ਮੈਂ ਉਹੀ ਰੇ ਜਾਕੋ ਵੇਦ ਪ੍ਰਾਣ ਗਾਵੇ ਮਤ ਖੋਹੀ ਰੇ। ਗੁਰੂ ਅਰਜਨ ਦੇਵ ਜੀ ਨੇ ਜਵਾਬ ਦਿੱਤਾ ਕਿ ਤੇਰੀ ਬਾਣੀ ਇੱਥੇ ਦਰਜ ਨਹੀਂ ਹੋ ਸਕਦੀ। ਉਹ ਕਹਿੰਦੇ ਇੱਥੇ ਤੇ ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਕਹਿ ਰਹੇ ਹੈ कि जब हम होते तू नाही अब तू ही तू मैं नाही। इत्थे मैं वाले बंदे नूं तां असीं बिल्कुल शामिल नहीं कर सकते। फिर बारी पीलू दी आई है। पीलू कहंदा असां नालों चंगे जो जम्मदे मर गए। गुरु साहब कहंदे रुक जा, तेरी बाणी भी इत्थे दर्ज नहीं हो सकती क्योंकि तू निराशावादी बंदा है। गुरु घर दे विच ते आस रखी जाती है अंतिम पल दे विच। इत्थे ते बाणी कहंदी है कि तू काहे डोले रे प्राणियां तुद राखेगा सिरजन हार। फिर बाणी आई, फिर वारी आई छज्जू दी। छज्जू मिंट कुमरी जिले का मलक हंस दा रहन वाला सी, जिहदी कहावत अज भी चलती है कि जो सुख छज्जू दे सवारे वो बलख ना बखारे, जो सुख सज्जू दे चबारे वो बलख ना बखारे। इहदे विचों भी मैं झलकदी है कि मेरा चबारा जिहड़ा सब तो उच्चा है। सो भाई छज्जू ने इस्त्री जाति के प्रति कविता जिहड़ी वो गुरु साहब नूं सुणाई कि कागज संधी पुत्री तू ना तुरिया बहार। वो कहता कि कागज की इस्त्री नूं भी आम इस्त्री दा की कागज की इस्त्री नूं भी तकड़ा माड़ा है। गुरु साहब कहते रुक जा, असीं तेरी बाणी नूं जगह नहीं दे सकते। इत्थे ते गुरु साहब कह रहे हैं औरत नूं बहुत वड्डी इज्जत दे रहे हैं कि भंड जम्मीए भंड निमीए, भंड मंगण ब्याह, भंडे होवे दे दोस्ती भंड चलो राह, भंड मुआ भंड पालिए भंडो होवे मैदान, सो क्यों मंदा आखिए जित जमे रज़ान। फिर बारी आई शाह हसैन दी। उन्हें सौखा जिहा रास्ता लभ्या, चुप वे अड़िया, चुप वे अड़िया, बोलन की ना चाहे वे अड़िया,
ਗੁਰੂ ਸਾਹਿਬ ਕਹਿੰਦੇ ਕਿ ਤੇਰੀ ਬਾਣੀ ਵੀ ਨਹੀਂ ਦਰਜ ਹੋ ਸਕਦੀ, ਇੱਥੇ ਤਾਂ ਬੋਲਣਾ ਪੈਂਦਾ। ਇੱਥੇ ਤਾਂ ਬਾਬਾ ਬਾਬਰ ਨੂੰ ਵੀ ਯਾਵਰ ਕਹਿੰਦਾ ਹੈ। ਜੈਸੀ ਕਿ ਆਵੇ ਖਸਮ ਕੀ ਬਾਣੀ ਤੈਸੀ ਮੈਂ ਆਵੇ ਤੈਸਰਾ ਕਰੀ ਗਿਆਨ ਵੇ ਲਾਲੋ। ਇੱਥੇ ਤੇ ਬਾਬਰ ਨੂੰ ਵੀ ਯਾਵਰ ਕਹਿਣਾ ਪੈਂਦਾ ਹੈ। ਅਖੀਰ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਨੂੰ ਜਵਾਬ ਦਿੱਤਾ ਬਾਣੀ ਦਰਜ ਕਰਨ ਤੋਂ। ਫਿਰ ਗੁਰੂ ਮਹਾਰਾਜ ਨੇ ਆਪਣਾ ਕਾਰਜ ਜਿਹੜਾ ਉਹ ਸ਼ੁਰੂ ਕੀਤਾ। ਬਾਣੀ ਨੂੰ 30 ਰਾਗਾਂ ਦੇ ਵਿੱਚ ਰਚਿਆ ਗਿਆ। ਭਗਤਾਂ ਦੀ ਬਾਣੀ ਸ਼ਾਮਲ ਕੀਤੀ ਗਈ, ਮਹੱਲੇ ਦਿੱਤੇ ਗਏ, ਜਿੱਥੇ ਰਹਾਉ ਦੀ ਲੋੜ ਸੀ ਰਹਾਉ ਲਿਖ ਦਿੱਤੀ ਗਈ, ਬੜੀ ਤਰਤੀਬ ਦਿੱਤੀ ਗਈ। 3 ਸਾਲ ਲੱਗੇ, ਵੱਡੀ ਤਪੱਸਿਆ ਹੋਈ। ਅਖੀਰ ਦੇ ਵਿੱਚ ਗੁਰੂ ਸਾਹਿਬ ਦੇ ਦਿਮਾਗ ਦੇ ਵਿੱਚ ਆਇਆ ਕਿ ਹੁਣ ਗ੍ਰੰਥ ਤਿਆਰ ਹੋ ਗਿਆ ਹੈ, ਇਹਦਾ ਹੈੱਡ ਗ੍ਰੰਥੀ ਕਿਹਨੂੰ ਥਾਪਿਆ ਜਾਵੇ। ਗੁਰੂ ਸਾਹਿਬ ਦੇ ਦਿਮਾਗ ਦੇ ਵਿੱਚ ਆਇਆ ਜੇ ਤਰੇਣਾ ਦੇ ਵਿੱਚੋਂ ਕੋਈ ਗ੍ਰੰਥੀ ਥਾਪ ਦਿੱਤਾ ਤੇ ਉਹਨਾਂ ਨੂੰ ਵੀ ਹੰਕਾਰ ਹੋ ਜਾਣਾ ਹੈ ਕਿ ਸਾਡੇ ਵੱਡੇ ਵਡੇਰਿਆਂ ਦੀ ਬਾਣੀ ਹੈ। ਜੇ ਗ੍ਰੰਥੀ ਭੱਲਿਆਂ ਦੇ ਵਿੱਚੋਂ ਥਾਪ ਦਿੱਤਾ ਤੇ ਉਹਨਾਂ ਨੂੰ ਵੀ ਹੰਕਾਰ ਹੋ ਜਾਣਾ ਕਿ ਸਾਡੇ ਬਜ਼ੁਰਗਾਂ ਦੀ ਬਾਣੀ ਹੈ। ਜੇ ਗ੍ਰੰਥੀ ਸੋਢੀਆਂ ਦੇ ਵਿੱਚੋਂ ਥਾਪ ਦਿੱਤਾ ਤਾਂ ਉਹਨਾਂ ਨੂੰ ਵੀ ਹੰਕਾਰ ਹੋ ਜਾਣਾ ਕਿ ਸਾਡੇ ਬਜ਼ੁਰਗਾਂ ਦੀ ਬਾਣੀ ਹੈ। ਇਸ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਦਿਮਾਗ ਸਿੱਧਾ ਬਾਬਾ ਬੁੱਢਾ ਜੀ ਤੇ ਗਿਆ। ਉਹਨਾਂ ਨੇ ਫੈਸਲਾ ਕਰ ਲਿਆ ਕਿ ਬਾਬਾ ਬੁੱਢਾ ਜੀ ਨੂੰ ਹੈੱਡ ਗ੍ਰੰਥੀ ਜਿਹੜਾ ਥਾਪਿਆ ਜਾਵੇਗਾ। ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਕੋਲ ਸੱਦਿਆ, ਕਿਹਾ ਕਿ ਬਾਬਾ ਬੁੱਢਾ ਜੀ ਗ੍ਰੰਥ ਤਿਆਰ ਹੋ ਗਿਆ, ਇਹਨੂੰ ਪ੍ਰਕਾਸ਼ ਕਿੱਥੇ ਕਰੀਏ। ਬਾਬਾ ਬੁੱਢਾ ਜੀ ਕਹਿੰਦੇ ਕਿ ਹਰਮੰਦਰ ਸਾਹਿਬ ਤੋਂ ਵਧੀਆ ਕੋਈ ਜਗ੍ਹਾ ਨਹੀਂ ਹੋ ਸਕਦੀ। ਫਿਰ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਹੈੱਡ ਗ੍ਰੰਥੀ ਦੀ ਡਿਊਟੀ ਲਾਈ। ਗੁਰੂ ਅਰਜਨ ਬਾਬੇ ਬੁੱਢੇ ਨੂੰ ਕਹਿਣ ਲੱਗੇ ਕਿਰਪਾ ਤੁਸਾਂ ਤੇ ਕਰਕੇ ਸਤਿਗੁਰ ਪਹਿਲੇ 4 ਜਿਹੜੇ ਉਹ ਗਿਣਿਆ ਵੀ ਨਹੀਂ ਗਿਣ ਹੁੰਦੇ, ਕੀਤੇ ਸਿੱਖੀ ਤੇ ਤੁਸੀਂ ਪਰਉਪਕਾਰ ਜਿਹੜੇ। ਮੈਂ ਕੋਈ ਨਿਮਰਤਾ ਵਾਲਾ ਸੇਵਾਦਾਰ ਲੱਭਾਂ, ਕੋਈ ਤੁਸਾਂ ਤੋਂ ਨਿਮਰਨਾ ਜਾਪਿਆਈ। ਬਾਬਾ ਬੁੱਢਾ ਜੀ ਤੁਸਾਂ ਨੂੰ ਗ੍ਰੰਥ ਜੀ ਦਾ ਪਹਿਲਾ ਹੈੱਡ ਗ੍ਰੰਥੀ ਥਾਪਿਆਈ। ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਬਾ ਬੁੱਢਾ ਜੀ ਨੂੰ ਹੈੱਡ ਗ੍ਰੰਥੀ ਥਾਪ ਰਹੇ ਨੇ, ਢਾਡੀ ਕਲਾ ਦੀ ਰਸਾਲੂ ਤਰਜ ਦੇ ਵਿੱਚ ਜਥਾ ਇਉਂ ਕਹਿ ਰਿਹਾ ਵੀ ਕੋਲ ਬੁੱਢਾ ਜੀ ਨੂੰ ਸੱਦ ਕੇ ਕੋਲ ਬੁੱਢਾ ਜੀ ਨੂੰ ਸੱਦ ਕੇ ਕੀਤਾ ਸਤਿਗੁਰਾਂ ਸਤਿਕਾਰ। ਕਹਿੰਦੇ ਸੇਵਾ ਲੈਣੀ ਤੁਸਾਂ ਤੋਂ, ਸੇਵਾ ਲੈਣੀ ਤੁਸਾਂ ਤੋਂ, ਮਹਾਂਪੁਰਸ਼ ਹੋ ਤਿਆਰ। ਕਹਿੰਦੇ ਵਿੱਚ ਹਰਮੰਦਰ ਸਾਹਿਬ ਦੇ
ਜਲੰਧਰ ਸਾਹਿਬ ਦੇ ਜਦ ਲੱਗਦਾ ਵਿੱਚ ਦਰਬਾਰ ਕਹਿੰਦੇ ਤੁਸੀਂ ਯਾਦ ਗ੍ਰੰਥ ਦੇ ਯਾਦ ਗ੍ਰੰਥ ਦੇ ਹੋਣਾ ਮੁੱਖ ਸੇਵਾਦਾਰ ਕਹਿੰਦੇ ਹੁਕਮਨਾਮਾ ਮੁੱਖ ਤੋਂ ਹੁਕਮਨਾਮਾ ਮੁੱਖ ਤੋਂ ਤੇ ਲੈਣਾ ਨਾਲ ਪਿਆਰ ਕਹਿੰਦੇ ਲੈ ਕੇ ਪਹਿਲੇ ਗੁਰਾਂ ਤੋਂ के पहले गुरा तो रखो सिखी नाल प्यार कहंदे बाबे सेवा साहब लई बाबे सेवा साहब ने कैदी की तनी इनकार होने खुश पंजवे गुरु दी
ਸਿੱਖੀ ਨਾਲ ਪਿਆਰ ਗੁਰੂ ਬਾਬਾ ਅਮਰ ਚੌਹਾਨ ਜੀ बाबा अमर चौहान जी जद तक है संसार गुरु बाबा अमर चौहान जी हो ਰਹੂ ਬਾਬਾ ਅਮਰ ਚੌਹਾਨ ਜੀ ਜਦ ਤੱਕ ਹੈ ਇਹ ਸੰਸਾਰ। ਬਾਬੇ ਬੁੱਢੇ ਦੀ ਪਦਵੀ ਜਿਹੜੀ ਹੈ ਉਹਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਨਿਮਰਤਾ ਦੇ ਪੁੰਜ ਸੀ, ਤਪੱਸਿਆ ਵੀ ਬੜੀ ਕੀਤੀ ਤੇ 6 ਗੁਰੂਆਂ ਦਾ ਉਹਨਾਂ ਨੇ ਸਾਥ ਕੀਤਾ ਹੈ। ਜੇ ਅੱਜ ਰਾਮਦਾਸ ਚਲੇ ਜਾਓ ਉੱਥੇ ਵੀ ਬਾਬਾ ਬੁੱਢਾ ਜੀ ਦਾ ਮੇਲਾ ਥੰਮਿਆ ਨਹੀਂ ਜਾਂਦਾ। ਜੇ ਬੀੜ ਬੁੱਢਾ ਸਾਹਿਬ ਚਲੇ ਜਾਓ ਤੇ ਉੱਥੇ ਵੀ ਅੱਜ ਤੱਕ ਨਪੱਤਿਆਂ ਨੂੰ ਪੁੱਤ ਮਿਲਦੇ ਆ, ਗੁਰੂ ਕਰਦੀਆਂ ਬਖਸ਼ਿਆ, ਪਰ ਜੀਂਦੇ ਜੀ ਨਹੀਂ ਉਹ ਗੁੱਸੇ ਵਿੱਚ ਕਦੀ ਵੀ ਆਈ। ਬਾਬਾ ਬੁੱਢਾ ਜੀ ਦੀ ਡਿਊਟੀ ਹੈੱਡ ਗ੍ਰੰਥੀ ਦੇ ਤੌਰ ਤੇ ਲਾਈ ਗਈ। ਬਾਕੀ ਗੱਲ ਕਰਨ ਤੋਂ ਪਹਿਲਾਂ ਮੈਂ ਰਾਮਸਰ ਸਾਹਿਬ ਦੀ ਥੋੜੀ ਜਿਹੀ ਗੱਲ ਕਰ ਲਵਾਂ, ਕਿਉਂਕਿ ਅਸੀਂ ਆਪਣੇ ਇਤਿਹਾਸ ਤੋਂ ਬਹੁਤ ਅਣਜਾਣ ਹੁੰਦੇ ਜਾ ਰਹੇ ਹਾਂ। ਅੱਜ ਦੀ ਪਨੀਰੀ ਤੇ ਨੈਟ ਦੇ ਉੱਤੇ ਇਸ ਕੰਮ ਦੇ ਵਿੱਚ ਬਿਜੀ ਹੈ ਕਿ ਮੂਸੇ ਵਾਲੇ ਦੇ ਬਦਲੇ ਬੱਬੂ ਮਾਨ ਦੇ ਬਦਲੇ ਆਪਾਂ ਨੇ ਲੜਨਾ। ਅੱਧੇ ਕਹਿੰਦੇ ਸਾਡਾ ਹੀਰੋ ਬੱਬੂ ਮਾਨ ਹੈ, ਅੱਧੇ ਕਹਿੰਦੇ ਸਾਡਾ ਹੀਰੋ ਮੂਸੇ ਵਾਲਾ। ਉਹਨਾਂ ਦੋਨਾਂ ਨੂੰ ਪਤਾ ਨਹੀਂ, ਆਪਸ ਵਿੱਚ ਹੀ ਗਾਲਾਂ ਕੱਢੀ ਜਾਂਦੇ ਇੱਕ ਦੂਜੇ ਨੂੰ। ਇਹਨਾਂ ਨੂੰ ਪਤਾ ਨਹੀਂ ਕਿ ਸਾਡਾ ਇਤਿਹਾਸ ਕੀ ਹੈ। ਤਾਗਾ ਤਾਗਾ ਹੋ ਜਾਂਦੀ ਕਬੀਲਦਾਰੀ, ਜੇਕਰ ਗੰਢ ਤਫਾਕ ਦੀ ਖੁੱਲ ਜਾਵੇ। ਬਿਨ ਯੰਤਰਾਂ ਨਹੀਂ ਮਿਸਾਲ ਮਿਲਦੀ, ਬਿਨਾ ਤੇਲ ਤੋਂ ਦੀਵਾ ਹੋ ਗੁੱਲ ਜਾਵੇ। ਲੱਖ ਯਤਨ ਕਰੋ ਨਾ ਪਵੇ ਭਾਂਡੇ, ਜਿਹੜਾ ਦੁੱਧ ਦਰਿਆ ਵਿੱਚ ਡੁੱਲ ਜਾਵੇ। ਪਾਰ ਸਮਿਟ ਜਾਂਦੀ ਅੱਖਰ ਗਲਤ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਬਹੁਤੇ ਬੱਚਿਆਂ ਨੂੰ ਨਹੀਂ ਪਤਾ ਕਿ ਰਾਮਸਰ ਸਾਹਿਬ ਕਿੱਥੇ ਆ। ਹੁਣ ਥੋੜਾ ਜਿਹਾ ਪਤਾ ਲੱਗਾ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਕਿ 268 ਉੱਥੋਂ ਚੋਰੀ ਹੋਏ, ਤੇ ਜਦੋਂ ਅਕਾਲ ਤਖਤ ਦੇ ਜਥੇਦਾਰ ਤੱਕ ਰਿਪੋਰਟ ਪਹੁੰਚੀ ਤੇ ਉਹ 328 ਹੋ ਗਏ। ਮੇਰੇ ਮੁਰਗੇ ਵੀ ਨਿੱਕੇ ਮੋਟੇ ਸਸਪੈਂਡ ਕਰ ਦਿੱਤੇ ਤੇ ਇਹ ਲੱਭਿਆ ਹੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਗਏ ਕਿੱਥੇ ਆ। ਇਹ ਸੱਚਾਈ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਨਾ ਹੁੰਦੇ ਤੇ ਦੁਨੀਆ ਦੇ ਲੋਕਾਂ ਨੇ ਇਸ ਗੁਰੂ ਨੂੰ ਵੀ ਸ਼ਹੀਦ ਕਰ ਦੇਣਾ ਸੀ। ਪਰ ਇਹ ਗੁਰੂ ਐਸਾ ਗਹਿਣਾ, ਇਹਨੂੰ ਸ਼ਹੀਦ ਕੋਈ ਨਹੀਂ ਕਰ ਸਕਦਾ। ਸਾਰੇ ਸਰੂਪ ਵੀ ਚੱਕ ਕੇ ਲੈ ਜਾਣ ਤਾਂ ਵੀ ਗੁਰੂ ਗ੍ਰੰਥ ਸਾਹਿਬ ਨੈਟ ਤੇ ਪਿਆ। ਗੁਰੂ ਸਾਹਿਬ ਦੀ ਸੋਚ ਦੇ ਲਈ ਇੱਕ ਵਾਰੀ ਜਕਾਰਾ ਛੱਡ ਦਿਓ। ਸਤਿ ਸ੍ਰੀ ਅਕਾਲ। ਰਾਮਸਰ ਸਾਹਿਬ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਕੋਲ ਹੈ। ਸ਼ਹੀਦਾਂ ਸਾਹਿਬ ਦੇ ਗੁਰਦੁਆਰੇ ਦੇ ਨਾਲ ਰਾਮਸਰ ਦੀ ਕੰਧ ਲੱਗਦੀ ਹੈ ਤੇ ਰਾਮਸਰ ਸੰਗਤ ਇੰਨੀ ਕੁ ਹੁੰਦੀ ਹੈ, ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈਣ ਵਾਲੇ ਜਾਂਦੇ ਆ ਤੇ ਸ਼ਹੀਦਾਂ ਸਾਹਿਬ ਦੇ ਸਥਾਨ ਤੇ ਸੰਗਤ ਥੰਮੀ ਨਹੀਂ ਜਾਂਦੀ। ਉਹ ਵੀ ਸ਼ਹੀਦਾਂ ਦਾ ਸਤਿਕਾਰ ਨਹੀਂ ਕਰਦੇ, ਉਹ ਵੀ ਉਹਨਾਂ ਦੇ ਵਿੱਚ ਮਨ ਮਤ ਹੈ। ਸ਼ਹੀਦਾਂ ਨੂੰ ਬਾਬਿਆਂ ਦੇ ਬਰਾਬਰ ਸਮਝਦੇ ਆ। ਕਈ ਬੀਬੀਆਂ ਕਹਿੰਦੀਆਂ ਸਾਡੇ ਸਿਰ ਤੇ ਆਉਂਦਾ ਸ਼ਹੀਦ ਬਾਬਾ ਦੀਪ ਸਿੰਘ। ਇਦਾਂ ਦੇ ਮੈਂ ਕਾਰਨ ਦੇਖੇ ਹੈ। ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਪੁੱਛਾਂ ਦਿੰਦੇ ਆ। ਇਦਾਂ ਦਾ ਸਾਡੇ ਧਰਮ ਦੇ ਵਿੱਚ ਅੱਜ ਚੱਲ ਰਿਹਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਲਈ ਰਾਮਦਾਸ ਸਰਦਾਰ ਦਾ ਸਥਾਨ ਤਾਂ ਚੁਣਿਆ ਕਿ ਉੱਥੇ ਇੱਕ ਤਲਾਬ ਬਣਿਆ ਹੋਇਆ ਸੀ। ਤਲਾਬ ਦੇ ਕੰਢੇ ਦਰਖਤਾਂ ਦਾ ਝੁੰਡ ਸੀ। ਉੱਥੇ ਗਰਮੀ ਨਹੀਂ ਸੀ ਲੱਗਦੀ। ਇਤਿਹਾਸਕਾਰ ਕਹਿੰਦੇ ਆ ਕਿ ਜਿੰਨੀ ਏਸੀ ਦੇ ਵਿੱਚ ਠੰਡ ਹੁੰਦੀ ਆ, ਇੰਨਾ ਠੰਡਾ ਉਹ ਸਥਾਨ ਸੀ। ਤਾਂ ਗੁਰੂ ਸਾਹਿਬ ਨੇ ਉਸ ਸਥਾਨ ਨੂੰ ਚੁਣਿਆ। ਉਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਦੀ ਬਾਣੀ ਵੀ ਉਸ ਧਰਤੀ ਤੇ ਉਚਾਰ ਚੁੱਕੇ ਸੀ। ਉਹ ਸਥਾਨ ਗੁਰੂ ਸਾਹਿਬ ਨੇ ਤਾਂ ਚੁਣਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਪੰਨਾ ਨਾ ਖਰਾਬ ਹੋ ਜਾਏ ਗਰਮੀ ਦੇ ਨਾਲ। ਗੁਰੂ ਸਾਹਿਬ ਸੋਚਦੇ ਸੀ ਕਿ ਪਾਣੀ ਦਾ ਨਰਾਦਰ ਨਾ ਹੋਵੇ,
क्योंकि बाणी नूं गुरु नानक देव जी महाराज जी मन चुके सी। गुरु ग्रंथ साहब दे विच दर्ज है सिद्ध गोष्ठ, 114 सवाल सिद्धा ने गुरु नानक देव जी महाराज नूं कीते ते उन्हें जवाब दिते। एक सवाल सी उन्हां दे विचों, कवन गुरु जिसका तू चेला? गुरु नानक देव जी महाराज ने जवाब दिता, पवन आरंभ सतगुर मत बेला। जदों बंदे दा जन्म हुंदा है उदों ये मौका आरंभ हुंदा है, ते जिहड़ा मनुखा जन्म है वो सतगुर दी मत लैण दा बेला है। शब्द गुरु सुरत धुन चेला। इस गल ते मोहर गुरु अमरदास जी महाराज ने भी लाई है कि बाणी गुरु गुरु है बाणी विच बाणी अमृत सारे। गुरु ग्रंथ साहब जी की बीड़ पहला पोथी परमेश्वर का थान नाम दिता गया, ते मगरों 8 ग्रंथ का नाम दिता गया। अखीर फैसला होया कि इस बीड़ नूं, बीड़ दा अर्थ है बन्नना, बीड़ बन्नी गई बाणी दी। फैसला होया कि इहदा प्रकाश हरमंदर साहब दे विच कीता जावे। अज दे दिन सवेर वेले संगतां खुशी दे विच हरमंदर दे राह साफ कर लियां। शायर कहंदा कि गुरु की नगरी विच निकलिया नगर कीर्तन, हरमंदर साहब दे करदियां साफ राह संगतां। बीड़ बाबा बुढ़ा जी ने चक्की है सिर ते। बीड़ बाबा बुढ़ा जी नूं गुरु अर्जन जी का हुक्म होया कि तुसीं चकनी है। बाबा जी कहंदे कि मैं तुहाडे अगे नहीं चल सकदा। गुरु साहब कहंदे कि तेरे सिर ते शब्द गुरु है, हुण कोई फिक्र ना कर, मैं पिछे चलना है। बाबा बुढ़ा जी ने सिर ते बीड़ चक्की है। शायर कहंदा कि गुरु की नगरी विच निकलिया नगर कीर्तन, हरमंदर साहब दे करदियां साफ राह संगतां। बाबा बुढ़ा जी ने सिर ते ग्रंथ चक्या, पिछे फुल रहियां बरसा संगतां। गुरु अर्जन जी पिछे पिछे चौर करदे, फुलियां खुशी विच नहीं रहियां समा संगतां। भगती रंग विच रंग अमृत सर होया, वाहे गुरु दे गुण रहियां गा संगतां। नगर कीर्तन दे रूप दे विच जिवें संगतां हरमंदर साहब वाल नूं जा रहियां, उस समय दे सीन नूं ढाडी जथा इउं कह रिहा भी। हरि मंदिर वाल नूं निशाना मिथ के, हरि मंदिर वाल नूं निशाना मिथ के, राम सरों तोर पे तैयारी खिंच के, राम सरों तोर पे तैयारी खिंच के। हरि मंदिर वाल नूं निशाना मिथ के, हरि मंदिर वाल नूं निशाना मिथ के, राम सरों तोर पे तैयारी खिंच के, राम सरों तोर पे तैयारी खिंच के।
वाहेगुरु वाहेगुरु कहण संगता। ਚੱਕ ਲਿਆ ਬਾਬਾ ਬੁੱਢਾ ਜੀ ਗ੍ਰੰਥ ਨੂੰ, ਨਵੀਂ ਦਿਸ਼ਾ ਮਿਲੂ ਹੁਣ ਸਿੱਖ ਪੰਥ ਨੂੰ, ਨਵੀਂ ਦਿਸ਼ਾ ਮਿਲੂ ਹੁਣ ਸਿੱਖ ਪੰਥ ਨੂੰ। ਸੋਚਦੇ ਆ ਵੈਣਾ ਵਿੱਚ ਬੈਣ ਸੰਗਤਾ, ਸੋਚਦੇ ਆ ਵੈਣਾ ਵਿੱਚ ਬੈਣ ਸੰਗਤਾ। ਵਾਹਿਗੁਰੂ ਵਾਹਿਗੁਰੂ ਕਹਿਣ ਸੰਗਤਾ, ਵਾਹਿਗੁਰੂ ਵਾਹਿਗੁਰੂ ਕਹਿਣ ਸੰਗਤਾ। हौली हौली बाबा जी ने पैर धर दे, बाबा जी ने पीछे पीछे जोर कर दे, बाबा जी ने पीछे पीछे जोर कर दे। एक पिछे एक दूजे तो ना रहन संगता, पिछे एक दूजे तो ना रहन संगता। वाहेगुरु वाहेगुरु कहण संगता, वाहेगुरु वाहेगुरु कहण संगता। सुट रहे फुल गुरु दे प्यारे जी, देवते भी उतों तक दे नजारे जी, देवते भी उतों तक दे नजारे जी।
ਸੁਹਾਣਾ ਜਿੱਥੇ ਅੱਜ ਤੱਕ ਢਹਿਣ ਸੰਗਤਾਂ, ਸੁਹਾਣਾ ਜਿੱਥੇ ਅੱਜ ਤੱਕ ਢਹਿਣ ਸੰਗਤਾਂ, ਵਾਹਿਗੁਰੂ ਵਾਹਿਗੁਰੂ ਕਹਿਣ ਸੰਗਤਾਂ, ਵਾਹਿਗੁਰੂ ਵਾਹਿਗੁਰੂ ਕਹਿਣ ਸੰਗਤਾਂ, ਵਾਹਿਗੁਰੂ ਵਾਹਿਗੁਰੂ ਕਹਿਣ ਸੰਗਤਾਂ। ਜਗ ਤੋਂ ਨਿਆਰਾ ਕੰਮ ਖਾਸ ਕਰਿਆ, ਹਰਮੰਦਰ ਚ ਗ੍ਰੰਥ ਪ੍ਰਕਾਸ਼ ਕਰਿਆ, ਜਹਾਨਾ ਜਿੱਥੇ ਅੱਜ ਤੱਕ ਢਹਿਣ ਸੰਗਤਾਂ, ਵਾਹਿਗੁਰੂ ਵਾਹਿਗੁਰੂ ਕਹਿਣ ਸੰਗਤਾਂ। ਕਿਉਂਕਿ ਜਥਾ ਵੀ ਨਵਾਂ ਤੇ ਕਵਿਤਾਵਾਂ ਵੀ ਫੌਰਨ ਤੌਰ ਤੇ ਲਿਖੀਆਂ, ਇਸ ਲਈ ਕਿਤੇ ਮਿਸਟੇਕ ਵੀ ਹੋ ਸਕਦੀ ਹੈ, ਆਪਾਂ ਮਾਫੀ ਚਾਹੁੰਦੇ ਆ। ਬੜਾ ਪਰਉਪਕਾਰ ਕੀਤਾ ਮਨੁੱਖਤਾ ਦੇ ਉੱਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਬੜੀ ਵਧੀਆ ਤਰਤੀਬ ਦਿੱਤੀ। ਪਹਿਲਾਂ ਜਪਜੀ ਸਾਹਿਬ ਦੀ ਬਾਣੀ, ਸਭ ਤੋਂ ਪਹਿਲਾਂ ਮੂਲ ਮੰਤਰ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗ ਗੁਰ ਪ੍ਰਸਾਦ, ਜਪ ਆਦ ਸੱਚ ਜਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਸ ਤੋਂ ਵਧੀਆ ਪਰਮਾਤਮਾ ਦੀ ਡੈਫੀਨੇਸ਼ਨ ਦੁਨੀਆ ਦੇ ਕਿਸੇ ਵੀ ਧਰਮ ਦੇ ਵਿੱਚ ਨਹੀਂ ਲਿਖੀ ਗਈ। ਉਪਰੰਤ ਜਪਜੀ ਸਾਹਿਬ ਸਾਰਾ, ਫਿਰ ਸੋਦਰ ਤੇ ਸੋਲੇ ਦੀ ਬਾਣੀ। ਸਭ ਤੋਂ ਪਹਿਲਾ ਰਾਗ ਸ਼੍ਰੀ ਰਾਗ ਵਰਤਿਆ। ਸ਼੍ਰੀ ਰਾਗ ਇਹ ਸਵੇਰ ਵੇਲੇ ਦਾ ਰਾਗ ਹੈ, ਤੇ ਖੀਰਲਾ ਰਾਗ ਪ੍ਰਭਾਤੀ ਵਰਤਿਆ, ਤੇ 30 ਰਾਗ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਰਤਿਆ। ਸਾਰੀ ਬਾਣੀ ਦੇ ਵਿੱਚ ਜਿਹੜੇ ਪਹਿਲਾਂ ਤੋਂ ਗੁਰੂ ਸਾਹਿਬ ਨੇ ਕੁਝ ਨਿਰਧਾਰਿਤ ਕਰ ਦਿੱਤੇ ਸੀ, ਤੇ 31ਵਾਂ ਰਾਗ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਦਰਜ ਹੈ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਣੀ ਦੇ ਲਈ ਜਗ੍ਹਾ ਛੱਡ ਲਈ ਗਈ। ਕਾਫਲਾ ਹਰਮੰਦਰ ਸਾਹਿਬ ਪਹੁੰਚਿਆ। ਬਾਬਾ ਬੁੱਢਾ ਜੀ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਬਾਬਾ ਬੁੱਢਾ ਖੋਲੋ ਗ੍ਰੰਥ, ਦਿਓ ਆਵਾਜ਼, ਸੁਨੇਗਾ ਪੰਥ। ਬਾਬਾ ਬੁੱਢਾ ਗ੍ਰੰਥ को खोला, दे आवाज, मुख तो बोला। की बोलिया कि संतां के कारज आप खलोआ, काम हर काम करावन आया राम। तरत सहाबी थान सहाबा, हर अमृत गुण गाया राम। हुक्मनामा लिया गया ते दुनिया नू एक महान ग्रंथ गुरु अर्जन देव जी महाराज ने दे दिता है। जातां पातां दे वितकरे खत्म कर दिते। जिथे परमानंद वर्गे, रामानंद वर्गे, तरलोचन वर्गे, सूरदास वर्गे पंडितां दी बाणी है, उथे जुत्तियां गंढण वाले रविदास महाराज दी बाणी है। कपड़े सीण वाले नामदेव दी बाणी है, ते हल बाउण वाले धन्ने जट दी बाणी है। सारियां जातां नूं एक लड़ी दे विच परो दिता, क्योंकि हिंदुस्तान दी धरती ते जात पात दा बोलबाला बहुत सी। वाल्मीकि दी रामायण 5000 साल इस करके मंदिरां विच नहीं प्रकाशित हुई कि वो एक शूद्र ने लिखी थी। अकबर बादशाह दे समय तुलसीदास ब्राह्मण पैदा होया ते ओदी रामायण जिहड़ी आ मंदिरां दे विच प्रकाशित हुई। इन्ना जात पात दा बोलबाला सी। शूद्र नूं रब दा नां लैण दा हुक्म नहीं सी, जीभ कट लई जांदी सी। शूद्र नूं रब दा नां सुणन दा हुक्म नहीं सी, कन्नां 'च सिक्का ढाल के पा दित्ता जांदा सी। पर गुरु अर्जन देव जी महाराज ने परोपकार कीता। शूद्रां दी बाणी गुरु ग्रंथ साहब जी दे विच दर्ज कीती। दर्ज नहीं कीती बल्कि शूद्र इनकलाबी बन के नामदेव वर्गे ललकार रहे ने गलत ब्राह्मणवादी समाज नूं कि ए पंडियां मोको टेढ़ कहत है, शूद शूद कर मार अठायो। पंजाबी दा शायर कहंदा, क्योंकि बाद दे विच जदों गुरु गोबिंद सिंह जी महाराज ने दमदमा साहब की धरती ते इस ग्रंथ नूं संपूर्ण करन दी सोची, ते उदों ग्रंथ धीर मलियां दे कोल सी। 20 सिख, किसी ने 25 लिखिया, किसी ने 20 लिखिया कि सिख करतारपुर की धरती तो बाणी लैण गए, पर धीर मलियां ने इनकार कर दिता। फिर गुरु साहब ने अपने मुख तो बाणी बोली ते भाई मनी सिंह ने लिखी। भाई मनी सिंह ने लिखी ते भाई दीप सिंह जी कलमा घड़ते सी।
ਜਿਹੜੀ ਕਲਮ ਟੁੱਟ ਜਾਂਦੀ ਸੀ ਉਹਨੂੰ ਦੁਬਾਰਾ ਨਹੀਂ ਸੀ ਵਰਤਿਆ ਜਾਂਦਾ ਕਿ ਬਾਣੀ ਦੀ ਬੇਅਦਬੀ ਨਾ ਹੋਵੇ। ਦਮਦਮਾ ਸਾਹਿਬ ਜਿਹੜੇ ਗਏ ਹੋਣਗੇ ਲਾਗੇ ਗੁਰਦੁਆਰਾ ਲਿਖਣ ਸਾਰਾ ਉੱਥੇ ਕਲਮਾਂ ਰੱਖੀਆਂ ਜਾਂਦੀਆਂ ਸੀ। ਅੱਜ ਵੀ ਉੱਥੇ ਬਾਹਰ ਹੈ ਕਿ ਜਿਹੜਾ 35 ਅੱਖਰ ਉੱਥੇ ਲਿਖੂਗਾ ਉਹਦੀ ਲਿਖਾਈ ਬੜੀ ਸੋਹਣੀ ਹੋਵੇਗੀ, ਕਿਉਂਕਿ ਅਸੀਂ ਤੇ ਜਾਂਦੇ ਹੀ ਨਹੀਂ, ਅਸੀਂ ਦੇਖਦੇ ਹੀ ਨਹੀਂ ਕਿ ਅਸੀਂ ਕੌਣ ਆ। ਜੇ ਅਸੀਂ ਜਾਈਏ ਤੇ ਸਾਨੂੰ ਪਤਾ ਲੱਗੇ ਕਿ ਸਾਡੀ ਗੁਰੂ ਸਾਹਿਬ ਨੇ ਜ਼ਿੰਦਗੀ ਦੇ ਵਿੱਚ ਕੀ ਕੀ ਕਾਰਨਾਮੇ ਕੀਤੇ। ਮਨੁੱਖਤਾ ਨੂੰ ਵੱਡੀ ਦੇਣ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਦਿੱਤੀ। ਪੰਜਾਬੀ ਦਾ ਸ਼ਾਇਰ ਕਹਿੰਦਾ ਕਿ ਛਿਆਂ ਗੁਰੂਆਂ ਦੀ ਬਾਣੀ ਠੰਡ ਪਾਵੇ, 10 ਗੁਰੂਆਂ ਦੀ ਹੁੰਦੀ ਹੈ ਤੀਰ ਇੱਥੇ। ਨਾ ਮੰਦਿਰ ਦੇ ਵਿੱਚ ਮਸਜਿਦ ਦੀ ਗੱਲ ਹੋ ਸਕਦੀ ਹੈ, ਨਾ ਮਸਜਿਦ ਦੇ ਵਿੱਚ ਮੰਦਿਰ ਦੀ ਗੱਲ ਹੋ ਸਕਦੀ ਹੈ, ਪਰ ਇੱਥੇ ਮਸਜਿਦ ਦੀ ਗੱਲ ਹੋ ਰਹੀ ਹੈ। ਬਾਬਾ ਫਰੀਦ ਕਹਿੰਦਾ ਕਿ ਫਰੀਦਾ ਬੇਨਵਾਜਾ ਕੁੱਤਿਆ, ਇਹ ਨਾ ਚੱਲੀ ਰੀਤ, ਕਬੂ ਚੱਲਣਾ ਆਇਆ ਪੰਜੇ ਵਕਤ ਮਸਜਿਦ ਦੀ ਗੱਲ ਹੋ ਰਹੀ ਹੈ ਇੱਥੇ। ਅੱਜ ਲੋਕ ਸਰਵ ਧਰਮ ਸੰਮੇਲਨ ਕਰਾਉਂਦੇ ਆ, ਪਰ ਇਹ ਸਦੀਵੀ ਸਰਵ ਧਰਮ ਸੰਮੇਲਨ ਹੈ ਗੁਰੂ ਗ੍ਰੰਥ ਸਾਹਿਬ। ਸ਼ਾਇਰ ਕਹਿੰਦਾ ਛਿਆਂ ਗੁਰੂਆਂ ਦੀ ਬਾਣੀ ਸੀਨੇ ਠੰਡ ਪਾਵੇ, 10 ਗੁਰੂਆਂ ਦੀ ਹੁੰਦੀ ਹੈ ਦੀਦ ਇੱਥੇ। ਨਵਾਜ਼ ਤੇ ਮਸਜਿਦ ਦੀ ਗੱਲ ਕਰਦਾ ਸ਼ਰੇਆਮ ਸ਼ੇਖ ਫਰੀਦ ਇੱਥੇ। ਰਾਮਾਨੰਦ ਪਰਮਾਨੰਦ ਤਲੋਚਨ ਜਸ ਰਾਮ ਨਾਮ ਦਾ ਗਾਈ ਜਾਂਦੇ। ਇਨਕਲਾਬੀ ਬਾਬੇ ਕਬੀਰ ਵਰਗੇ ਏਕ ਨੂਰ ਦਾ ਨਾਰਾ ਲਾਈ ਜਾਂਦੇ। ਰਵਿਦਾਸ ਨਾਮਦੇਵ ਜਿਹੇ ਕਿਰਤੀ ਆਵਾਜ਼ ਸਿਸਟਮ ਦੇ ਖਿਲਾਫ ਉਠਾ ਰਹੇ ਨੇ। ਪੀਪਾ ਭੀਖਣ ਤੇ ਜੈ ਦੇਵ ਧੰਨਾ ਉਸ ਪ੍ਰਭੂ ਦੇ ਗੁਣ ਗਾ ਰਹੇ ਨੇ। ਸਦਨਾ ਸੂਰਦਾਸ ਤੇ ਸੈਨ ਬੈਣੀ ਗੱਲਾਂ ਬਾਣੀ ਦੇ ਵਿੱਚ ਵਿਵਾਕ ਕਰ ਗਏ। ਲਿਖੇ ਭੱਟਾ ਸਬਈਏ ਗੁਰੂ ਸਾਹਿਬ ਜੀ ਦੇ, ਬਲਵੰਤ ਸੁੰਦਰ ਤੇ ਸੱਤਾ ਅੱਡ ਰੰਗ ਭਰ ਗਏ। ਸਭਨਾ ਜਾਤਾਂ ਦੇ ਭਗਤਾਂ ਨੂੰ ਮਾਣ ਦਿੱਤਾ, ਜਾਤ ਪਾਤ ਦੀ ਮਿੱਠ ਮਿਟਾ ਦਿੱਤੀ। ਸਭਨਾ ਧਰਮਾਂ ਦਾ ਬਣਿਆ ਗ੍ਰੰਥ ਸਾਂਝਾ, ਇੱਕ ਨਵੀਂ ਰੀਤ ਚਲਾ ਦਿੱਤੀ। ਅੱਜ ਕਈ ਗੁਰੂ ਗ੍ਰੰਥ ਦੇ ਬਣੇ ਵਿਰੋਧੀ ਇਹਦੀ ਸ਼ਰੇਆਮ ਬੇਅਦਬੀ ਕਰੀ ਜਾਂਦੇ। ਭੁੱਲ ਕੇ ਦਿਲੋਂ ਆਪਣੇ ਰੱਬ ਤਾਈਂ ਕੰਡੇ ਆਪਣੇ ਕਦਮਾਂ ਵਿੱਚ ਧਰੀ ਜਾਂਦੇ। ਜਿਹੜੇ ਧੁਰਕੀ ਬਾਣੀ ਨਾਲ ਲਾਉਣ ਮੱਥਾ, ਨਾ ਦੁਨੀਆ ਤੇ ਉਹਨਾਂ ਦਾ ਕਿਸੇ ਨੇ ਨਹੀਂ ਕੱਲ ਰਹਿਣ ਲੈਣਾ। 10 ਗੁਰੂਆਂ ਦੀ ਜਗਦੀ ਜੋ ਜੋਤ ਸੱਚੀ, ਗੁਰੂ ਗ੍ਰੰਥ ਜੀ ਨੇ ਸਦਾ ਅਟਲ ਰਹਿਣਾ। ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਢਾਡੀ ਅੰਤਰਪ੍ਰੀਤ ਸਿੰਘ ਬੱਲ, ਪਿੰਡ ਬੱਲਸਰਾਂ, ਜ਼ਿਲ੍ਹਾ ਅੰਮ੍ਰਿਤਸਰ। ਢਾਡੀ ਮਨਵੀਰ ਸਿੰਘ ਕਾਲੋਂ, ਪਿੰਡ ਹਰੀਆਬਾਦ, ਜ਼ਿਲ੍ਹਾ ਗੁਰਦਾਸਪੁਰ। ਤੇ ਸਰੰਗੀ ਮਾਸਟਰ ਤੇਜਿੰਦਰ ਸਿੰਘ ਬੱਲ, ਪਿੰਡ ਯੋਧੇ, ਜ਼ਿਲ੍ਹਾ ਅੰਮ੍ਰਿਤਸਰ। ਤੇ ਸੁਖਵੀਰ ਸਿੰਘ ਬੁੱਢੀ ਪਿੰਡੀਏ ਦੇ ਢਾਡੀ ਜੱਥੀ ਸਾਥੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਇਉਂ ਕਹਿ ਰਹੇ ਆ। श्री गुरु ग्रंथ साहिब दी महिमा बड़े अपार है। श्री गुरु ग्रंथ साहिब दी महिमा बड़े अपार है। जिस दी बाणी सदका सारा जग रुशनाया, जिस दी बाणी सदका सारा जग रुशनाया।
पाक पवित्र दसां गुरां दी आत्मा, यह पाक पवित्र दसां गुरां दी आत्मा। जामा गुरु नानक तो कलगीधर तक आया, जामा गुरु नानक तो कलगीधर तक आया। बाणी नाम खजाना भगतां दे उपदेश दा, बाणी नाम खजाना भगतां दे उपदेश दा। पातशाहियां ताई पट्टा ने वड्याया, पातशाहियां ताई पट्टा ने वड्याया। शब्द सलोकां दे विच जोत है निरंकार दी, शब्द सलोकां दे विच जोत है निरंकार दी। सतगुर कला धार के अपना रूप वधाया, सतगुर कला धार के अपना रूप वधाया। अल्लाह राम रहीम गुसाई ते परमात्मा, अल्लाह राम रहीम गुसाई ते परमात्मा। इको शक्ति दूजा बेजाए समझाया, इको शक्ति दूजा बेजाए समझाया। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਸ਼ਬਦਾਂ ਦੇ ਵਿੱਚ ਨਹੀਂ ਕੀਤੀ ਜਾ ਸਕਦੀ। ਹਜੂਰ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਕਲਗੀਧਰ ਪਾਤਸ਼ਾਹ ਦਾ ਅਖੀਰੀ ਸਮਾਂ ਆਇਆ, ਉਹਨਾਂ ਨੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਦਿੱਤਾ। ਇਹਨਾਂ ਨੂੰ ਤਿਲਕ ਲਗਾ ਕੇ 11ਵਾਂ ਗੁਰੂ ਤੇ ਸਦੀਵੀ ਗੁਰੂ ਐਲਾਨ ਕਰ ਦਿੱਤਾ। पर अज भी सिख कौम की बदकिस्मती है, श्री गुरु ग्रंथ साहब जी नूं मत्था जरूर टेकदी है पर इहदी गल नहीं मनदी। जे इहदी गल मनदी हुंदी ना पंजाब की धरती ते सरसे वाला साध पैदा हुंदा, ना नरक धारी पैदा हुंदा,
ਨਾ ਇਸ ਧਰਤੀ ਤੇ ਆ ਜਟਾਂ ਵਾਲੇ ਪੈਦਾ ਹੋਣੇ ਸੀ ਜਿਹੜੇ ਕਦੀ ਨਹਾਉਂਦੇ ਨਹੀਂ ਲੋਕ, ਉਹਨਾਂ ਨੂੰ ਮੱਥਾ ਟੇਕੀ ਜਾਂਦੀ ਆ। ਲਲੇਰ ਲਈ ਫਿਰਦੇ ਅਜੇ ਵੀ ਕਿ ਮੇਰਾ ਕੰਮ ਬਣ ਜਾਊ। ਕੰਮ ਇੱਥੇ ਬਾਣੀ ਪੜੋ, ਆਪੇ ਕੰਮ ਹੋਊਗਾ। ਵਿਸ਼ਵਾਸ ਰੱਖੋ। ਵਿਸ਼ਵਾਸ ਹੈ ਨਹੀਂ। ਗੁਰੂ ਸਾਹਿਬ ਨੇ ਜਾਤਾਂ ਪਾਤਾਂ ਤੋੜੀਆਂ, ਪਰ ਅਸੀਂ ਜਾਤਾਂ ਅੱਜ ਵੀ ਕਾਇਮ ਰੱਖੀਆਂ। ਆ ਰਾਮਗੜੀਆਂ ਦਾ ਗੁਰਦੁਆਰਾ, ਆ ਮਜਬੀਆਂ ਦਾ ਗੁਰਦੁਆਰਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ। ਇਸ ਤੋਂ ਅੱਗੇ ਚੱਲ ਗਏ ਸਿੱਖ। ਅੱਜ ਕੱਲ ਇੱਕ ਹੋਰ ਲੜਾਈ ਚੱਲ ਰਹੀ ਹੈ, ਸਿੱਖਾਂ ਵਿੱਚ ਵੰਡੀਆਂ ਪੈ ਗਈਆਂ। ਢੱਡਰੀਆਂ ਵਾਲੇ ਦਾ ਉਪਾਸ਼ਕ ਹੈ, ਇਹ ਅਪਗ੍ਰੇਡ ਹੈ। ਆ ਨਾਨਕ ਸਰੀਆ ਹੈ, ਆ ਟਕਸਾਲੀ ਆ, ਫਲਾਨਾ। ਇੱਕ ਦੂਏ ਨਾਲ ਲੜੀ ਜਾਂਦੇ ਨੈਟ ਤੇ। ਸਿੱਖ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਣਾ ਚਾਹੀਦਾ ਸੀ, ਪਰ ਅਸੀਂ ਹੋਰ ਪਾਸੇ ਨੂੰ ਤੁਰ ਪਏ। ਅੱਜ ਵੀ ਉਹਨਾਂ ਪਖੰਡੀਆਂ ਨੂੰ ਸਾਹ ਦੇ ਰਹੇ ਆ ਜਿਨ੍ਹਾਂ ਨੇ ਕਦੀ ਮੂੰਹ ਨਹੀਂ ਦਾਣਾ ਧੋਤਾ। ਜੇਲ੍ਹ ਦੇ ਵਿੱਚ ਬੈਠਾ ਸਰਥੇ ਵਾਲਾ, ਉਹਨੂੰ ਅਜੇ ਵੀ ਸਨਾਰੀਆ ਦੀ ਜੇਲ੍ਹ ਦੇ ਵਿੱਚ ਜਾ ਕੇ ਮੱਥੇ ਟੇਕ ਰਹੇ ਆ। ਤੇ ਬਹੁਤੇ ਪੱਗਾਂ ਵਾਲੇ ਹੁੰਦੇ ਆ। ਪੱਗਾਂ ਵਾਲਿਆਂ ਦੇ ਤੇ ਲੋਕਾਂ ਨੇ ਹੁਣ ਚੁਟਕਲੇ ਬਣਾ ਦਿੱਤੇ। ਆਹ ਹਾਲਾਤ ਹੋ ਗਏ ਮੇਰੀ ਕੌਮ ਦੇ। ਆਖੇ ਕੋਈ ਪੱਗ ਵਾਲਾ ਸਰਦਾਰ ਤੁਰਿਆ ਜਾ ਰਿਹਾ ਸੀ ਤੇ ਮੌਲਵੀ ਮਸਜਿਦ ਦੇ ਵਿੱਚ ਬੈਠਾ ਸੀ, ਤੇ ਮੌਲਵੀ ਦੇ ਕੋਲ ਜਾ ਕੇ ਸਰਦਾਰ ਕਹਿਣ ਲੱਗਾ ਕਿ ਮੌਲਵੀ ਸਾਹਿਬ, ਮੈਂ ਤੁਹਾਨੂੰ ਦੱਸ ਸਕਦਾ, ਸ਼ਰਤ ਲਾ ਲਓ 200 ਰੁਪਏ ਦੀ, ਕਿ ਤੁਹਾਡੇ ਦਿਲ ਵਿੱਚ ਕੀ ਹੈ। ਕਹਿੰਦਾ ਦੱਸੋ ਸਰਦਾਰ ਜੀ, ਲਾ ਲਓ ਸ਼ਰਤ, ਤੁਸੀਂ ਨਹੀਂ ਪੁੱਛ ਸਕਦੇ। ਉਹ ਕਹਿੰਦਾ ਤੇਰੇ ਦਿਲ ਦੇ ਵਿੱਚ ਅੱਲਾ ਹੈ। ਮੌਲਵੀ ਸ਼ਰਤ ਹਾਰ ਕੇ, ਤੇ ਮੌਲਵੀ ਨੇ ਕਿਹਾ ਕਿ ਮੈਂ ਵੀ ਹੁਣ ਤੀਰ ਇਹਦੇ ਵਾਲਾ ਚਲਾਉਣਾ ਹੈ। ਮੌਲਵੀ ਕਹਿੰਦਾ ਕਿ ਸਰਦਾਰ ਜੀ ਮੈਂ ਵੀ ਦੱਸ ਸਕਦਾ ਕਿ ਤੁਹਾਡੇ ਦਿਲ ਵਿੱਚ ਕੀ ਹੈ, ਲਾਓ ਸ਼ਰਤ ਫਿਰ 200 ਦੀ। ਮੌਲਵੀ ਕਹਿੰਦਾ ਕਿ ਤੁਹਾਡੇ ਦਿਲ ਦੇ ਵਿੱਚ ਵਾਹਿਗੁਰੂ ਹੈ। ਸਰਦਾਰ ਕਹਿੰਦਾ ਕੱਢ 200 ਰੁਪਇਆ। ਮੈਂ ਤੇ ਵਾਹਿਗੁਰੂ ਨਾਮ ਹੀ ਪਹਿਲੀ ਵਾਰੀ ਸੁਣਿਆ, ਮੈਂ ਤਾਂ ਸ਼ੇਰਾਂ ਵਾਲੀ ਨੂੰ ਮੰਨਦਾ। ਅੱਜ ਇੱਥੋਂ ਤੱਕ ਸਿੱਖ ਕੌਮ ਦੇ ਚੁਟਕਲੇ ਬਣ ਗਏ, ਪਰ ਗੁਰੂ ਮਹਾਰਾਜ ਮਤ ਬਖਸ਼ੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਈਏ, ਨਾ ਕਿ ਪਖੰਡੀਆਂ ਦੇ ਹੋਈਏ। ਇੰਨਾ ਕੁ ਪਖੰਡ ਵੱਧ ਗਿਆ ਕਿ ਇੱਕ ਸਾਧ ਮਰ ਗਿਆ ਪੰਜਾਬ ਦੀ ਧਰਤੀ ਤੇ। ਸਾਧ ਮਰ ਗਿਆ, ਉਹਨੂੰ ਡਾਕਟਰਾਂ ਨੇ ਮਰਿਆ ਐਲਾਨ ਕਰ ਦਿੱਤਾ। ਨੂਰ ਮਹਿਲ ਦੀ ਧਰਤੀ ਤੇ ਉਹਨੂੰ ਫਰਿੱਜ ਦੇ ਵਿੱਚ ਲਾਇਆ ਹੋਇਆ, ਤੇ ਉਹਦੀ ਫਰਿੱਜ ਚੋਂ ਜਿਹੜਾ ਪਾਣੀ ਨਿਕਲਦਾ ਉਹ ਲੋਕ ਕੈਨੀਆਂ 'ਚ ਪਾ ਕੇ ਖੜਦੇ ਆ। ਇੱਕ ਭਈਆ ਆ ਬਿਹਾਰ ਦਾ। ਕੱਲ ਸਾਇੰਸ ਦੀ ਰਹਿ ਗਈ ਇੱਕ ਪਾਸੇ, ਪਖੰਡੀ ਧਰਮ ਨੂੰ ਵੀ ਭੁਲਾਈ ਫਿਰਦੇ। ਜਿਹੜਾ ਜੰਮਿਆ ਉਹਨੇ ਮਰ ਜਾਣਾ, ਇਸ ਗੱਲ ਨੂੰ ਵੀ ਠਕਰਾਈ ਫਿਰਦੇ। ਆਸ਼ੂਤੋਸ਼ ਸਮਾਧੀ ਵਿੱਚ ਲੀਨ ਹੋਇਆ, ਉਹਦੀ ਮੌਤ ਮਗਰ ਖਿਆਲ ਭਜਾਈ ਫਿਰਦੇ। ਲੋਕਾਂ ਨਾਲ ਸਰਕਾਰ ਵੀ ਹੋਈ ਕਮਲੀ, ਉੱਥੇ ਜੱਡ ਸਿਕਿਉਰਿਟੀ ਬਿਠਾਈ ਫਿਰਦੇ। ਕਹੇ ਜਹਾਨ ਦੇਖੋ ਨੂਰ ਮਹਿਲ ਜਾ ਕੇ ਮਰਿਆ ਸਾਧ ਫਰਿੱਜ ਵਿੱਚ ਲਾਈ ਫਿਰਦੇ। ਪੰਜਾਬੀ ਦੇ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਕਿ ਸਰਥੇ ਵਾਲੇ ਨੂੰ ਵੀ ਮੰਨਦੇ ਦਸਤਾਰ ਧਾਰੀ, ਸ਼ਰੇਆਮ ਕਰਦਾ ਬਲਾਤਕਾਰ ਜਿਹੜਾ। ਆਸ਼ੂਤੋਸ਼ ਦੀ ਲਾਸ਼ ਨੂੰ ਵੀ ਜਾਣ ਸਿੱਖ ਪੂਜੀ, ਲੱਗਾ ਮਰ ਕੇ ਫਰਿੱਜ ਦੇ ਵਿਚਕਾਰ ਜਿਹੜਾ। ਨਰਕ ਧਾਰੀਆਂ ਦੇ ਪਿੱਛੇ ਵੀ ਤੁਰੇ ਫਿਰਦੇ, ਦੇ ਧਾਰੀਆਂ ਦਾ ਕੂੜ ਵਪਾਰ ਜਿਹੜਾ। ਸਿੱਖਾ ਸਿੱਖ ਜਾ ਗੁਰੂ, ਝੁਕ ਜਾ ਗੁਰੂ ਗ੍ਰੰਥ ਅੱਗੇ, ਜਿਹਨੇ ਆਖਰ ਨੂੰ ਕਰਨਾ ਤੇਰਾ ਪਾਰ ਵੇੜਾ। ਸਿੱਖ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਣ ਦੇ ਲਈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਮੰਨਣ ਦੇ ਲਈ ਕਵੀ ਦੀ ਕਲਮ ਜਿਵੇਂ ਕਹਿ ਰਹੀ ਹੈ, ਢਾਡੀ ਅੰਤਰਪ੍ਰੀਤ ਸਿੰਘ ਬੱਲ, ਪਿੰਡ ਬੱਲਸਰਾਂ, ਜ਼ਿਲ੍ਹਾ ਅੰਮ੍ਰਿਤਸਰ। ਢਾਡੀ ਮਨਵੀਰ ਸਿੰਘ ਕਾਲੋਂ, ਪਿੰਡ ਹਰੀਆਬਾਦ, ਜ਼ਿਲ੍ਹਾ ਗੁਰਦਾਸਪੁਰ। ਤੇ ਸਰੰਗੀ ਮਾਸਟਰ ਤਜਿੰਦਰ ਸਿੰਘ ਜੀ ਬੱਲ, ਪਿੰਡ ਜੋਧੇ, ਜ਼ਿਲ੍ਹਾ ਅੰਮ੍ਰਿਤਸਰ। ਤੇ ਸੁਖਬੀਰ ਸਿੰਘ ਚੌਹਾਨ ਬੁੱਢੀ ਪਿੰਡੀਏ ਦੇ ਢਾਡੀ ਸਾਥੀ ਇਉਂ ਕਹਿ ਰਹੇ।
जेड़ी दसां गुरुआं दी जग दी जोत जेड़ी गुरु ग्रंथ ना दिलो विसार सिखा गुरु ग्रंथ ना दिलो विसार सिखा दिती गुरदा गद्दी सी गुरु दसवें दिती गुरदा गद्दी सी गुरु दसवें हथी वार के सारा परिवार सिखा हथी वार के सारा परिवार सिखा जेड़े गुरु ग्रंथ दे लड़ लगे जेड़े गुरु ग्रंथ दे लड़ लगे गुरु दिंदा है उन्हां नूं तार सिखा गुरु दिंदा है उन्हां नूं तार सिखा चौहानी विचों ही जिंदगी लब लवे बाणी विचों ही जिंदगी लब लवे जे तू अपना चाहना आधार सिखा जे तू अपना चाहना आधार सिखा जोहाना जोके जा गुरु ग्रंथ अगे
ਜਹਾਨਾ ਚੁੱਕ ਦਾ ਗੁਰੂ ਗ੍ਰੰਥ ਅੱਗੇ ਦਰ ਵਿਗੜ ਜਾਊ ਸਵਾਰ ਸਿੱਖਾ ਦਰ ਵਿਗੜੀ ਜਾਊ ਸਵਾਰ ਸਿੱਖਾ ਤੇਰੀ ਵਿਗੜੀ ਜਾਊ ਸਵਾਰ ਸਿੱਖਾ ਹੋ ਸਿੱਖਾ ਝੁਕ ਜਾ ਗੁਰੂ ਗ੍ਰੰਥ ਅੱਗੇ ਤੇਰੀ ਵਿਗੜੀ ਦਊ ਸਵਾਰ ਸਿੱਖਾ। ਇੱਕ ਤਹਈਆ ਕਰੀਏ ਕਿ ਜੇ ਅਸੀਂ ਗੁਰੂ ਦੇ ਸਿੱਖ ਹਾਂ ਤੇ ਗੁਰੂ ਗ੍ਰੰਥ ਤੋਂ ਬਿਨਾ ਹੋਰ ਕਿਤੇ ਨਾ ਚੁੱਕੀਏ। ਪ੍ਰਸੰਗ ਪ੍ਰਸੰਗ ਦੀ ਤੇ ਇੱਥੇ ਸਮਾਪਤੀ ਹੈ, ਪਰ ਸਾਡਾ ਟਾਈਮ ਅਜੇ ਰਹਿੰਦਾ, ਕੁਝ ਡਿਮਾਂਡ ਵੀ ਆਈ ਹੈ ਕਿਉਂਕਿ ਅਸੀਂ ਖਿਆਲਾਂ ਦੇ ਲਿਖਾਰੀ ਹਾਂ। ਜਦੋਂ ਸਾਡਾ ਜੀ ਕਰਦਾ ਹੈ, ਜੋ ਜੀ ਕਰਦਾ ਭਾਵੇਂ ਸਾਨੂੰ ਕੋਈ ਵੀ ਕੀਮਤ ਚੁਕਾਉਣੀ ਪਵੇ ਅਸੀਂ ਉਹ ਕੰਮ ਫਿਰ ਕਰ ਲਈਦਾ। ਮੈਂ ਨਿੱਕਾ ਜਿਹਾ ਹੁੰਦਾ ਸੀ ਤੇ ਗਿਆਨੀ ਗੁਰਬਖਸ਼ ਸਿੰਘ ਅਲਬੇਲੇ ਦੇ ਜਥੇ ਨੂੰ ਸੁਣਿਆ ਕਰਦਾ ਸੀ ਤੇ ਮੇਰੇ ਦਿਮਾਗ ਸੀ ਮੈਂ ਢਾਡੀ ਬਣਾ, ਪਰ ਸਮਾਂ ਨਹੀਂ ਬਣਿਆ, ਮੈਂ ਢਾਡੀ ਨਹੀਂ ਬਣ ਪਾਇਆ ਤੇ ਮੈਂ ਕਮੈਂਟੇਟਰ ਬਣ ਗਿਆ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਮੈਂ ਇੱਕ ਦਿਨ ਖਿਆਲ ਲੈ ਰਿਹਾ ਸੀ ਕਿ ਆਪਾਂ ਹੁਣ ਢਾਡੀ ਬਣ ਸਕਦੇ ਹਾਂ। ਮੈਂ ਕਈਆਂ ਸੱਜਣਾਂ ਨੂੰ ਬੇਨਤੀ ਕੀਤੀ ਕਿ ਮੈਂ ਢਾਡੀ ਬਣਨਾ ਚਾਹੁੰਦਾ ਹਾਂ, ਪਰ ਬਹੁਤੀ ਸਫਲਤਾ ਨਾ ਮਿਲੀ। ਅਖੀਰ ਆ ਮੁੰਡਾ ਮੇਰੇ ਨਾਲ ਜਿਹੜਾ ਗਾ ਰਿਹਾ ਸੀ, ਇਹ ਜ਼ਿਲ੍ਹੇ ਅੰਮ੍ਰਿਤਸਰ ਦਾ ਮੁੰਡਾ ਹੈ। ਇਹਨੇ ਮੈਨੂੰ ਫੇਸਬੁੱਕ ਤੇ ਮੈਸੇਜ ਕੀਤਾ, ਕਹਿੰਦਾ ਅੰਕਲ ਜੀ ਸਤਿ ਸ੍ਰੀ ਅਕਾਲ। ਮੈਂ ਕਿਹਾ ਜੀ ਸਤਿ ਸ੍ਰੀ ਅਕਾਲ। ਕਹਿੰਦਾ ਕਿ ਭਿੰਡਰਾਂ ਵਾਲੇ ਸੰਤਾਂ ਨੂੰ ਮੈਨੂੰ ਕਵਿਤਾ ਭੇਜੋ। ਮੈਂ ਕਿਹਾ ਵੀ ਤੁਸੀਂ ਗਾਉਨੇ ਕਿਹਦੇ ਨਾਲ ਆ? ਕਹਿੰਦੇ ਜੀ ਅਸੀਂ ਸਰਬਜੀਤ ਸਿੰਘ ਜੀ ਐਮਏ ਇੱਕ ਢਾਡੀ ਆ ਉਹਨਾਂ ਦੇ ਨਾਲ ਗਾਉਨੇ ਆ। ਤੇ ਮੈਂ ਕਿਸੇ ਨੂੰ ਪੁੱਛਿਆ ਨਹੀਂ ਗਿੱਛਿਆ ਨਹੀਂ, ਨਾ ਇਹਨਾਂ ਤੋਂ ਨੂੰ ਸੁਣਿਆ ਤੇ ਮੈਂ ਇੱਕ ਛੋਟੇ ਸਾਹਿਬਜ਼ਾਦਿਆਂ ਦੀ ਕਵਿਤਾ ਲਿਖ ਲਈ ਤੇ ਇਹਨਾਂ ਨੂੰ ਕਹਿਤਾ ਕਿ ਤੁਸੀਂ ਤਿਆਰ ਹੋ ਜਾਓ, ਤੁਹਾਨੂੰ ਸਟੂਡੀਓ ਦੇ ਵਿੱਚ ਰਿਕਾਰਡ ਕਰਨਾ ਹੈ। ਗਿਆਨੀ ਅਮਰ ਸਿੰਘ ਸ਼ੌਂਕੀ ਦੇ ਪੋਤੇ ਦਾ ਸਟੂਡੀਓ ਆ ਗੜ੍ਹ ਸ਼ੰਕਰ ਦੀ ਧਰਤੀ ਤੇ ਅਸੀਂ ਉੱਥੇ ਚਲੇ ਗਏ। ਉੱਥੇ ਜਾ ਕੇ ਤਿਆਰੀ ਕੀਤੀ ਤੇ ਉਹ ਕਵਿਤਾ YouTube ਤੇ ਸਰਥਾਂ ਦੇ ਕਿਨਾਰੇ ਸੰਗਤਾਂ ਨੇ ਬੜਾ ਉਹਨੂੰ ਪਿਆਰ ਦਿੱਤਾ ਹੈ। ਮਾਤਾ ਗੁਜਰ ਕੌਰ ਦੀ ਕਵਿਤਾ ਹੁਣ ਡਿਮਾਂਡ ਆਈ ਕਿ ਉਹ ਜ਼ਰੂਰ ਕਹੀ ਜਾਵੇ ਕਿ ਜਿਹਦੀ ਕੁੱਖੋਂ ਧਾਰਿਆ ਅਵਤਾਰ ਗੁਰੂ ਦਸਵੇਂ ਨੇ, ਹੋਈ ਇੱਕ ਔਰਤ ਮਹਾਨ ਮਾਤਾ ਗੁਜਰੀ। ਬੁਰਜ ਵੀ ਠੰਡਾ ਮਹੀਨਾ ਪੋਹ ਦਾ ਵੀ ਠੰਡਾ ਸੀ, ਪਰ ਨਹੀਂਓ ਹੋਈ ਪਰੇਸ਼ਾਨ ਮਾਤਾ ਗੁਜਰੀ। ਕੰਧ ਵਿੱਚ ਚਿਣ ਦਿੱਤੇ ਲਾਲ ਜਦੋਂ ਹਾਕਮਾਂ ਨੇ, ਧਿਆਉਂਦੀ ਰਹੀ ਵਾਹਿਗੁਰੂ ਨਾਮ ਮਾਤਾ ਗੁਜਰੀ। ਆਖਰ ਨੂੰ ਜਾਨ ਦੇ ਗਈ ਬੁਰਜ ਦੀ ਫਸੀਲ ਤੋਂ, ਧਰਮ ਲਈ ਹੋ ਗਈ ਕੁਰਬਾਨ ਮਾਤਾ ਗੁਜਰੀ। ਸਰਥਾਂ ਦੇ ਕੰਡੇ ਤੋਂ ਆਪਣੇ ਸਾਰੇ ਪਰਿਵਾਰ ਨੂੰ ਵਾਰ ਕੇ, ਗੰਗੂ ਬੇਈਮਾਨ ਨੂੰ ਨਾਲ ਲੈ ਕੇ, ਛੋਟੇ ਸਾਹਿਬਜ਼ਾਦਿਆਂ ਦੀਆਂ ਉਂਗਲੀਆਂ ਫੜ ਕੇ ਗੰਗੂ ਦੇ ਪਿੰਡ ਸਹੇੜੀ ਵੱਲ ਨੂੰ ਮਾਤਾ ਗੁਜਰ ਕੌਰ ਇਉਂ ਤੁਰ ਪਈ ਆਵੇ। ਸਰਸਾ ਦੇ ਕਿਨਾਰੇ ਉੱਤੇ ਮਾਂ ਗੁਜਰੀ, ਸਰਸਾ ਦੇ ਕਿਨਾਰੇ ਉੱਤੇ ਮਾਂ ਗੁਜਰੀ, ਲੈ ਕੇ ਪਰਮਾਤਮਾ ਦਾ ਨਾਂ ਗੁਜਰੀ, ਲੈ ਕੇ ਪਰਮਾਤਮਾ ਦਾ ਨਾਂ ਗੁਜਰੀ। ਵਿਛੋੜੇ ਪਰਿਵਾਰ ਤੋਂ ਸੀ ਪਾ ਕੇ ਤੁਰ ਪਈ, ਵਿਛੋੜੇ ਪਰਿਵਾਰ ਤੋਂ ਸੀ ਪਾ ਕੇ ਤੁਰ ਪਈ। ਪੋਤਿਆਂ ਨੂੰ ਗਲਾ ਫੜਾ ਕੇ ਤੁਰ ਪਈ ਦਾਦੀ, ਪੋਤਿਆਂ ਨੂੰ ਉਂਗਲਾਂ ਫੜਾ ਕੇ ਤੁਰ ਪਈ।
ਫਤਿਹ ਸਿੰਘ ਸ਼ੇਰ ਬੱਚੇ ਸੀ, ਜੋਰਾਵਰ ਫਤਿਹ ਸਿੰਘ ਸ਼ੇਰ ਬੱਚੇ ਸੀ, ਸਹਿਗੇ ਦੁਖੜੇ ਘਰਾਣੇ ਉਹ ਦਲੇਰ ਬੱਚੇ ਸੀ, ਦੁਖੜੇ ਜਨਾਣੇ ਉਹ ਦਲੇਰ ਬੱਚੇ ਸੀ। ਗੱਲਾਂ ਧਰਮੀ ਦੋਆਂ ਨੂੰ ਸਿਖਾ ਕੇ ਤੋਰ ਪਈ, ਗੱਲਾਂ ਧਰਮੀ ਦੋਆਂ ਨੂੰ ਸਿਖਾ ਕੇ ਤੋਰ ਪਈ, ਦਾਦੀਆਂ ਨੂੰ ਉਂਗਲਾਂ ਫੜਾ ਕੇ ਤੋਰ ਪਈ, ਦਾਦੀ ਪੋਤਿਆਂ ਨੂੰ ਉਂਗਲਾਂ ਫੜਾ ਕੇ ਤੋਰ ਪਈ। गुरु कार दंगे गंगू ने कमाए सी, गुरु कार दंगे गंगू ने कमाए सी, दादी पोते तिन्ने पुलिस तो पढ़ाए सी, दादी पोते तिन्ने पुलिस तो पढ़ाए सी। ਧੋਖਾ ਨਮਕ ਹਰਾਮੀ ਕੋਲੋਂ ਖਾ ਕੇ ਤੋਰ ਪਈ, ਧੋਖਾ ਨਮਕ ਹਰਾਮੀ ਕੋਲੋਂ ਖਾ ਕੇ ਤੋਰ ਪਈ, दादी ਉਂਗਲਾਂ ਫੜਾ ਕੇ ਤੁਰ ਪਈ, ਦਾਦੀ ਪੋਤਿਆਂ ਨੂੰ ਉਂਗਲਾਂ ਫੜਾ ਕੇ ਤੁਰ ਪਈ, ਦਾਦੀ ਪੋਤਿਆਂ ਨੂੰ ਉਂਗਲਾਂ ਫੜਾ ਕੇ ਤੁਰ ਪਈ। ਸਾਡੇ ਦਰਮਿਆਨ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਮੁੱਖ ਬੁਲਾਰੇ, ਮੇਰੀ ਜ਼ਿੰਦਗੀ ਦੇ ਪਿਆਰੇ ਮਿੱਤਰ, ਜਿਨ੍ਹਾਂ ਤੋਂ ਮੈਂ ਬਹੁਤ ਕੁਝ ਸਿੱਖਦਾ, ਜਿਨ੍ਹਾਂ ਦੇ ਬੋਲ ਮੈਨੂੰ ਪ੍ਰੇਰਦੇ ਆ। ਜਸਵਿੰਦਰ ਸਿੰਘ ਧੁੱਗਾ 2009 ਦੇ ਵਿੱਚ ਇਸ ਨੌਜਵਾਨ ਨੇ ਪੈਂਟ ਪਾਈ ਸੀ, ਹੁਸ਼ਿਆਰਪੁਰ ਦੀ ਧਰਤੀ ਸੀ, ਤੇ ਇਹ ਨੌਜਵਾਨ ਸੰਤਾਂ ਦੇ ਨਾਲ ਗਰਾਊਂਡ ਦੇ ਵਿੱਚ ਆਇਆ। ਉਸ ਸਮੇਂ ਇਹ ਨੌਜਵਾਨ ਦੀ ਦਾੜੀ ਛੋਟੀ ਸੀ ਤੇ ਮੇਰੇ ਜ਼ਿਹਨ ਦੇ ਵਿੱਚ ਚਿਹਰਾ ਘੁੰਮਦਾ ਰਿਹਾ। ਫਿਰ ਜਦੋਂ ਮੈਂ ਸੰਤਾਂ ਦੇ ਦਰਬਾਰਾਂ ਦੇ ਵਿੱਚ ਜਾਣਾ ਕਿ ਮੈਂ ਕਿਹਾ ਬੰਦਾ ਕਿਤੇ ਦੇਖਿਆ ਲੱਗ, ਫਿਰ ਮੈਂ ਇੱਕ ਦਿਨ ਸੋਚਿਆ ਕਿ ਇਹ ਬੰਦਾ ਜਿਹੜਾ ਹੈ ਇਹ ਸੰਤਾਂ ਦੇ ਨਾਲ ਉਦੋਂ ਡਰਾਈਵਰ ਦੇ ਤੌਰ ਤੇ ਸੀ, ਪਰ ਅੱਜ ਪੰਥ ਦਾ ਮਹਾਨ ਬੁਲਾਰਾ ਬਣ ਗਿਆ ਭਾਈ ਜਸਵਿੰਦਰ ਸਿੰਘ ਜੀ ਧੁੱਗਾ। ਕਿਉਂਕਿ ਸੰਤ ਬਾਬਾ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ ਵਾਲੇ, ਉਹਨਾਂ ਦੀ ਪ੍ਰੇਰਨਾ ਦੇ ਸਦਕਾ ਦਾਸਾਂ ਨੂੰ ਸਿੱਖੀ ਦੇ ਬੋਲ ਬੋਲਣ ਦਾ ਮੌਕਾ ਮਿਲਦਾ। ਧੁੱਗਾ ਸਾਹਿਬ ਨਾਲ ਮੈਂ ਸਲਾਹ ਕੀਤੀ ਸੀ ਤੇ ਧੁੱਗਾ ਸਾਹਿਬ ਕਹਿੰਦੇ ਸੀ ਕਿ ਢਾਡੀ ਬਣਦਾ ਕਾਰਜ ਕੁਝ ਔਖਾ, ਤੇ ਧੁੱਗਾ ਸਾਹਿਬ ਹੈ ਵੀ ਔਖਾ। ਸਭ ਤੋਂ ਪਹਿਲਾਂ ਤੇ ਇਤਿਹਾਸ ਦੇ ਵਿੱਚ ਬੜੀ ਗਦਲੀ ਹੈ। ਕੋਈ ਇਤਿਹਾਸਕਾਰ ਕਹਿੰਦਾ ਏਦਾਂ ਹੋਇਆ। ਮੈਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਕਨਸੈਪਟ ਹੀ ਪੜ੍ਹ ਰਿਹਾ ਸੀ ਤੇ ਕੁਝ ਇਤਿਹਾਸਕਾਰ ਕਹਿੰਦੇ ਆ ਕਿ ਬਾਣੀ ਭਾਈ ਮੋਹਨ ਜੀ ਤੋਂ ਆਈ, ਕੁਝ ਇਤਿਹਾਸਕਾਰ ਕਹਿੰਦੇ ਆ ਕਿ ਬਾਣੀ ਸਿੱਧੀ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਆਈ। ਹੁਣ ਬੰਦਾ ਬੋਲੇ ਤੇ ਕੀ ਬੋਲੇ ਪਤਾ ਹੀ ਨਹੀਂ ਲੱਗਦਾ ਕੀ ਬੋਲਣਾ। ਫਿਰ ਕੁਝ ਸ਼ਖਸੀਅਤਾਂ ਦੇ ਵਿਚਾਰ ਲਏ ਤੇ ਇੰਨਾ ਕੁ ਪ੍ਰਸੰਗ ਜਿਹੜਾ ਤਿਆਰ ਕੀਤਾ ਹੈ ਤੇ ਉਹਦੇ ਵਿੱਚ ਵੀ ਬੜੀ ਪ੍ਰੋਬਲਮ ਆਈ ਹੈ। ਢਾਡੀ ਮਾਝੇ ਦੇ ਆ ਤੇ ਸਾਡੀ ਬੋਲੀ ਦੁਆਬੀ ਹੈ। ਇਸ ਲਈ ਇਹ ਵੀ ਕਹਿੰਦੇ ਸੀ ਉਸਤਾਦ ਜੀ ਵੀ ਲਫ਼ਜ਼ ਜਿਹੜੇ ਵੱਧ ਆ, ਮੈਂ ਕਿਹਾ ਵੱਧ ਨਹੀਂ, ਬੋਲੀ ਦਾ ਫਰਕ ਹੈ। ਜਦੋਂ ਆਪਾਂ ਬੈਠਾਂਗੇ ਸੈੱਟ ਹੋ ਜਾਾਂਗੇ। ਜਦੋਂ ਅਗਲੀ ਵਾਰ ਆਏ ਤੇ ਜ਼ਰੂਰ, ਗਲਤੀਆਂ ਬਹੁਤ ਹੋਈਆਂ ਹੋਣਗੀਆਂ, ਭੁੱਲਾਂ ਚੁੱਕਾਂ ਦੀ ਖਿਮਾ ਭਾਈ ਜਸਵਿੰਦਰ ਸਿੰਘ ਜੀ ਧੁੱਗਾ ਸਾਹਿਬ ਨੇ ਵੀ ਹਾਜ਼ਰੀ ਭਰਨੀ ਹੈ। ਤੇ ਅੱਜ ਸਪੈਸ਼ਲ ਤੌਰ ਤੇ ਸਾਡੇ ਜਥੇ ਨੂੰ ਤੱਕਣ ਦੇ ਲਈ ਸਰਦਾਰ ਸੁਖਦੇਵ ਸਿੰਘ ਜੀ ਜਹਾਨ, ਸਾਡੇ ਵੱਡੇ ਵੀਰ, ਉਹ ਵੀ ਪਹੁੰਚਿਆ, ਚੀਫ ਇੰਜੀਨੀਅਰ ਪੰਜਾਬ, ਉਹਨਾਂ ਦਾ ਵੀ ਧੰਨਵਾਦ। ਤੇ ਮੇਰੇ ਦਿਲ ਦੀ ਖਾਹਿਸ਼ ਹੈ ਕਿ ਅੱਜ ਸਾਡੇ ਜਥੇ ਪ੍ਰਤੀ ਸਰਦਾਰ ਪਾਲ ਸਿੰਘ ਜੀ ਕੋਲ ਸਾਹਿਬ ਵੀ ਦੋ ਲਫ਼ਜ਼ ਜਿਹੜੇ ਉਹ ਜ਼ਰੂਰ ਕਹਿਣ, ਕਿਉਂਕਿ ਮੈਨੂੰ ਪਤਾ ਹੈ ਕਿ ਜੇ ਸਾਡੇ ਜਥੇ 'ਚ ਕੋਈ ਕਮੀ ਹੋਈ ਤੇ ਕੋਲ ਸਾਹਿਬ ਨੇ ਸਾਨੂੰ ਜ਼ਰੂਰ ਦੱਸ ਦੇਣੀ ਹੈ, ਕਿਉਂਕਿ ਉਹ ਸੱਚ ਬੋਲਣ ਦੇ ਆਦੀ ਹੈ। ਸੰਗਤਾਂ ਦੇ ਵਿੱਚ ਭਾਈ ਖਸ਼ਵੰਤ ਸਿੰਘ ਜੀ ਸੋਲਪੁਰ ਵਾਲੇ ਗੁਰਬਾਣੀ ਦੇ ਮਹਾਨ ਕੀਰਤਨੀ, ਉਹ ਵੀ ਪਹੁੰਚੇ ਹੈ, ਉਹਨਾਂ ਦਾ ਵੀ ਧੰਨਵਾਦ। ਕਵਿਤਾ ਦੇ ਵੀ ਬਹੁਤ ਰਸੀਏ ਹੈ। ਤੇ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਮਾਇਆ ਦੇ ਕੇ ਜਥੇ ਦਾ ਮਾਣ ਵਧਾਇਆ। ਬੋਲਦਿਆਂ ਚਲਦਿਆਂ ਇਤਿਹਾਸ ਕਹਿੰਦਿਆਂ ਕੋਈ ਲਫ਼ਜ਼ ਗਲਤ ਕਿਹਾ ਗਿਆ ਹੋਵੇ, ਖਿਮਾ ਦੇ ਜੱਜ ਖਾਂ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
टल सहब कमाल जगत शब्द मालिक बालिए कुल आलम महान